विच परदेसां आए जेड़े करन कमाइयां जी, शाला जुग जुग जीवन जम्मन वालियां माइयां जी। विच परदेसां आए जेड़े करन कमाइयां जी, शाला जुग जुग जीवन जम्मन वालियां माइयां जी। ਉਹਦੇ ਸਾਂਭੇ ਵੱਡੇ ਵੱਡੇ ਵਿੱਚ ਪ੍ਰਦੇਸਾਂ ਦੇ ਨਾਲ ਮਿਹਨਤਾਂ ਝੰਡੇ ਗੱਡੇ, ਵਿੱਚ ਪ੍ਰਦੇਸਾਂ ਦੇ ਨਾਲ ਮਿਹਨਤਾਂ ਝੰਡੇ ਗੱਡੇ, ਵਿੱਚ ਪ੍ਰਦੇਸਾਂ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਝੰਡੇ ਗੱਡੇ ਨੇ। ਅਲੱਗ-ਅਲੱਗ ਖੇਤਰਾਂ ਦੇ ਵਿੱਚ ਗੱਲ ਕਰ ਲਈਏ, ਬਿਜ਼ਨਸ ਦੀ ਗੱਲ ਕਰ ਲਈਏ, ਚਾਹੇ ਅਸੀਂ ਰਾਜਨੀਤੀ ਦੀ ਵੀ ਗੱਲ ਕਰ ਲਈਏ, ਤਾਂ ਬੜੇ ਝੰਡੇ ਗੱਡੇ ਨੇ। ਸੋ ਪੰਜਾਬੀਆਂ ਦੀ ਚੜ੍ਹਦੀ ਕਲਾ ਦੀਆਂ ਗੱਲਾਂ ਕਰਦੀਆਂ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹਾਈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਪ੍ਰੋਗਰਾਮ ਅੱਜ ਦਾ ਲਾਈਵ ਹੋਏਗਾ, ਨਾਲ ਦੀ ਨਾਲ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਵੀ ਜ਼ਰੂਰ ਰੱਖਾਂਗੇ, ਪਰ ਵਿਲੱਖਣ ਹੋਏਗਾ ਥੋੜ੍ਹਾ ਜਿਹਾ ਪ੍ਰੋਗਰਾਮ। ਜਿਵੇਂ ਮੈਂ ਸ਼ੇਅਰ ਦੇ ਵਿੱਚ ਵੀ ਕਿਹਾ ਕਿ ਉਹਦੇ ਸਾਹਮਣੇ ਵੱਡੇ ਵੱਡੇ ਵਿੱਚ ਪ੍ਰਦੇਸਾਂ ਦੇ, ਤੇ ਮੇਰੇ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਗੈਰੀ ਸਿੰਘ ਮੰਟੀਕਾ ਮੇਅਰ ਵਾਸਤੇ ਜਿਹੜੇ ਚੋਣ ਲੜ ਰਹੇ ਨੇ। ਸਿੰਘ ਮੈਂ ਹੈਗਾ ਪਰ ਮੇਅਰ ਵਾਸਤੇ ਮੈਂ ਨਹੀਂ ਲੜ ਰਿਹਾ, ਮੇਰੇ ਨਾਲ ਗੈਰੀ ਸਿੰਘ ਨੇ। ਪਹਿਲਾਂ ਵੀ ਤੁਸੀਂ ਸਾਡੇ ਚੈਨਲ ਦੇ ਉੱਪਰ ਉਹਨਾਂ ਨੂੰ ਦੇਖਿਆ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਬਹੁਤ ਵਧੀਆ ਪੋਜ਼ੀਟਿਵ ਗੱਲਾਂ ਕਰਦੇ ਨੇ। ਔਰ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਕੈਨੇਡਾ ਵਾਂਗੂ ਅਮਰੀਕਾ ਦੇ ਵਿੱਚ ਵੀ ਹੁਣ ਹੌਲੀ ਹੌਲੀ ਪੰਜਾਬੀ ਜਿਹੜੇ ਨੇ ਉਹ ਰਾਜਨੀਤੀ ਦੇ ਵਿੱਚ ਪੈਰ ਪਸਾਰ ਰਹੇ ਨੇ ਵੱਡੇ ਪੱਧਰ 'ਤੇ। ਗੈਰੀ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਇਹ 2016 ਤੋਂ ਇਲੈਕਟ ਹੋਏ ਨੇ, 2016 ਤੋਂ ਇਲੈਕਟ ਹੁੰਦੇ ਆ ਰਹੇ ਨੇ ਅਤੇ ਡਿਪਟੀ ਮੇਅਰ ਹੁਣ ਬਣੇ ਸੀਗੇ, ਤੇ ਪਰ ਹੁਣ ਮੇਅਰ ਦੀ ਚੋਣ ਜਿਹੜੀ ਆ ਉਹ ਲੜ ਰਹੇ ਆ। ਬੜੀ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਸਾਰੇ ਪੰਜਾਬੀਆਂ ਵਾਸਤੇ, ਤੇ ਨਾਲ ਦੀ ਨਾਲ ਅਸੀਂ ਗੱਲ ਕਰੀਏ ਮੰਟੀਕਾ ਵਾਸੀਆਂ ਵਾਸਤੇ ਤਾਂ ਖਾਸ ਤੌਰ 'ਤੇ ਹੈ ਹੀ ਹੈ। ਸੋ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੇ ਕੀ ਏਜੰਡੇ ਨੇ, ਕੀ ਹੋਣਾ ਚਾਹੀਦਾ ਖਾਸ ਤੌਰ 'ਤੇ ਸਾਡੀ ਕਮਿਊਨਿਟੀ ਲਈ, ਤੇ ਨਾਲ ਦੀ ਨਾਲ ਅਸੀਂ ਤੁਹਾਡੇ ਕੋਲੋਂ ਇਹ ਜਾਣਾਂਗੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਤੁਸੀਂ ਬੈਠੇ ਹੋ, ਤੁਹਾਡੇ ਵੀ ਉੱਥੇ ਜ਼ਰੂਰ ਪੰਜਾਬੀ ਕਿਸੇ ਨਾ ਕਿਸੇ ਵੱਡੇ ਅਹੁਦੇ 'ਤੇ ਹੋਣਗੇ, ਉਹਨਾਂ ਨੂੰ ਕੋਈ ਤੁਸੀਂ ਸਲਾਹ ਦੇਣੀ ਚਾਹੋ ਵੀ ਭਾਈ ਸਾਡੇ ਇਲਾਕੇ 'ਚ ਆਹ ਫਲਾਣੇ ਪੰਜਾਬੀ ਹੈਗੇ ਨੇ ਅਤੇ ਪੰਜਾਬੀ ਦੇ ਵਾਸਤੇ ਆਹ ਕੰਮ ਜਿਹੜੇ ਕਰਨੇ ਉਹ ਬਾਕੀ ਆ, ਉਹ ਜ਼ਰੂਰ ਹੈ ਧਿਆਨ ਦੇਣਗੇ ਔਰ ਕਰਨਗੇ, ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚੂਗੀ। ਪਰ ਫਿਲਹਾਲ ਅਸੀਂ ਸਵਾਗਤ ਕਰਦੇ ਹਾਂ ਗੈਰੀ ਸਿੰਘ ਜੀ ਦਾ, ਜਿਹੜੇ ਮੰਟੀਕਾ ਮੇਅਰ ਵਾਸਤੇ ਚੋਣ ਲੜ ਰਹੇ ਨੇ। ਗੈਰੀ ਭਾਈ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੱਗੀ ਬਾਈ ਜੀ। ਸਭ ਤੋਂ ਪਹਿਲਾਂ ਸਾਰੇ ਜਸ ਪੰਜਾਬੀ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਅੱਜ ਇੱਥੇ ਨਾ ਸਾਨੂੰ ਮੌਕਾ ਦਿੱਤਾ ਥੋੜ੍ਹਾ ਜਿਹਾ ਆਪਣੀਆਂ ਗੱਲਾਂ ਸ਼ੇਅਰ ਕਰਨ ਦਾ। ਜੀ ਬਿਲਕੁਲ, ਪੂਰੀਆਂ ਗੱਲਾਂ ਅਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਾਂਗੇ। ਤੁਸੀਂ ਪਹਿਲਾਂ ਡਿਪਟੀ ਮੇਅਰ ਵਜੋਂ ਸੇਵਾ ਨਿਭਾ ਰਹੇ ਹੋ। ਅਸਲ ਦੇ ਵਿੱਚ ਜਿਹੜਾ ਸ਼ਬਦ ਹੈ ਨਾ ਸੇਵਾ, ਇੱਧਰਲੇ ਮੁਲਕਾਂ 'ਚ ਝੁਕਦਾ ਉਹ ਵੀ ਕੋਈ ਕਿਸੇ ਅਹੁਦੇ 'ਤੇ ਆ, ਕੋਈ ਪੋਲੀਟੀਕਲ ਅਹੁਦੇ 'ਤੇ ਆ, ਅਤੇ ਉਹ ਸੇਵਾ ਵਾਲਾ ਕੰਮ ਉੱਧਰ ਕਹਿੰਦੇ ਹੀ ਆ, ਉੱਧਰ ਸੇਵਾ ਨਹੀਂ ਹੁੰਦੀ, ਅਸਲ 'ਚ ਇੱਧਰ ਸੇਵਾ ਹੁੰਦੀ ਆ। ਸੋ ਤੁਸੀਂ ਡਿਪਟੀ ਮੇਅਰ ਲੰਬੇ ਸਮੇਂ ਤੋਂ ਹੈਗੇ ਸੀਗੇ, ਹੁਣ ਵੀ ਐਜ਼ ਐਟ ਪ੍ਰੈਜ਼ੈਂਟ ਵੀ ਹੋ। ਅਤੇ ਪਹਿਲਾਂ ਅਸੀਂ ਇਹ ਗੱਲ ਕਰੀਏ ਕਿ ਹੁਣ ਜਿੰਨੇ ਤੁਹਾਡੇ ਕਾਲ ਦੇ ਵਿੱਚ ਜਿੰਨਾ ਟਾਈਮ ਤੁਹਾਨੂੰ ਹੋਇਆ, ਉਹਦੇ ਵਿੱਚ ਡਿਪਟੀ ਮੇਅਰ ਵਜੋਂ ਜਾਂ ਉਸ ਤੋਂ ਪਹਿਲਾਂ ਸਿਟੀ ਕੌਂਸਲ ਵਜੋਂ ਤੁਹਾਡੀ ਜਿਹੜੀ ਭੂਮਿਕਾ ਸੀ ਉਹ ਕਿਵੇਂ ਰਹੀ? ਹਾਂਜੀ, ਸੋ ਪਹਿਲੀ ਗੱਲ ਤਾਂ ਜਿਹੜੀ ਆਪਣੀ ਕੌਂਸਲ ਦੀ ਦੌੜ ਆ ਕਿ ਤੁਸੀਂ ਦੱਸਿਆ ਹੀ ਸੀ ਆਲਰੇਡੀ ਕਿ 2016 ਦੇ ਵਿੱਚ ਮੈਂ ਓਰੀਜਨਲੀ ਇਲੈਕਟ ਹੋਇਆ ਸੀ। ਆਪਣੇ ਸਾਰੇ ਭਾਈ ਬੰਦੇ ਜਿੰਨੇ ਵੀ ਸਾਰਿਆਂ ਨੇ ਬਹੁਤ ਰਲ ਕੇ ਪਿੱਛੇ ਨਾ ਆਪਣੀ ਹੈਲਪ ਕੀਤੀ ਹੈ ਇਸ ਟਾਈਮ 'ਤੇ। ਐਂਡ ਉਦੋਂ 2016 'ਚ ਆਪਣਾ ਪਹਿਲਾ ਇਲੈਕਸ਼ਨ ਉਦੋਂ ਬਹੁਤ ਵਧੀਆ ਰਿਹਾ, ਆਪਾਂ ਸਭ ਤੋਂ ਵੱਧ ਵੋਟਾਂ 'ਤੇ ਜਿੱਤੇ ਸੀ ਮੰਟੀਕਾ ਸ਼ਹਿਰ ਦੇ ਵਿੱਚ। ਤਾਂ ਫਿਰ ਉਹਦੇ ਨਾਲ ਹੀ 4 ਸਾਲ ਦੀ ਇਹ ਸੀਟ ਹੁੰਦੀ ਆ, ਤਾਂ ਉਸ ਤੋਂ ਬਾਅਦ ਫਿਰ 2020 ਦੇ ਵਿੱਚ ਆਪਾਂ ਰੀ ਇਲੈਕਸ਼ਨਸ ਦੀ ਖੜ੍ਹੇ ਹੋਏ ਸੀ। ਤਾਂ ਫਿਰ ਦੁਆਰਤੀ ਸਾਰੀ ਕਮਿਊਨਿਟੀ ਨੇ ਆਪਾਂ ਨੂੰ ਇੰਨੀ ਸਪੋਰਟ ਕੀਤੀ ਆ, ਤਾਂ ਦੁਆਰਤੀ ਫਿਰ ਆਪਾਂ ਨਾ ਜਿੱਤ ਕੇ ਸਭ ਤੋਂ ਵੱਧ ਵੋਟਾਂ 'ਤੇ। ਤਾਂ ਬਿਲਕੁਲ ਇੰਨੀ ਸਪੋਰਟ ਵਧੀਆ ਰਹੀ ਆ। ਦੇਖੋ ਜੀ, ਦੁਬਾਰਾ ਇੱਕ ਪਹਿਲੀ ਵਾਰੀ ਤਾਂ ਅਸੀਂ ਕਹਿ ਸਕਦੇ ਹਾਂ ਵੀ ਤੁੱਕਾ ਲੱਗ ਗਿਆ ਜਾਂ ਕੁਛ ਹੋ ਗਿਆ। ਅਗਰ ਦੁਬਾਰਾ ਇਲੈਕਟ ਹੁੰਦੇ ਹੋ ਤਾਂ ਇਹਦਾ ਮਤਲਬ ਤੁਸੀਂ ਕੰਮ ਕੀਤੇ। ਅਤੇ ਕੀ ਕੰਮ ਡਿਪਟੀ ਮੇਅਰ ਹੁੰਦਿਆਂ ਹੋਇਆਂ ਤੁਸੀਂ ਹੁਣ ਤੱਕ ਕੀਤੇ ਨੇ 2 ਸਾਲਾਂ ਦੇ ਵਿੱਚ? ਸੋ ਬਿਲਕੁਲ ਜਿਹੜੀਆਂ ਗੱਲਾਂ ਥੋੜ੍ਹੀਆਂ ਆਪਣੀ ਚੱਲ ਰਹੀਆਂ ਸੀ ਨਾ ਕਿ ਉਸ ਬੇਸ 'ਤੇ ਵੀ ਉਦੋਂ ਇੱਕ ਤਾਂ ਬਹੁਤ ਡਿਸਕਨੈਕਟ ਸੀ ਗੌਰਮੈਂਟ ਦੇ ਵਿੱਚ ਤਾਂ ਆਮ ਜਨਤਾ ਦੇ ਵਿੱਚ। ਸੋ ਇੱਕ ਕੋਸ਼ਿਸ਼ ਆਪਾਂ ਇਹੀ ਕੀਤੀ ਸੀ ਕਿ ਥੋੜ੍ਹਾ ਜਿਹਾ ਨਾ ਜਿਹੜੀ ਇਨਫੋਰਮੇਸ਼ਨ ਆ, ਜਿਹੜੀ ਜੋ ਕੁਛ ਹੁੰਦਾ ਆ ਸਾਡੇ ਗੌਰਮੈਂਟ ਦੇ ਵਿੱਚ, ਬਿਕਾਜ਼ ਮੈਂ ਵੀ ਇੱਕ ਆਮ ਇਨਸਾਨ ਹੀ ਸੀ, ਮੈਨੂੰ ਵੀ ਕੁਛ ਨਹੀਂ ਪਤਾ ਹੁੰਦਾ ਸੀ ਗੌਰਮੈਂਟ ਦੇ ਬਾਰੇ ਜਾਂ ਸਿਟੀ ਕੌਂਸਲ 'ਚ ਕੀ ਹੁੰਦਾ ਆ, ਭਾਵੇਂ ਮੇਅਰ ਕੌਣ ਆ ਜਾਂ ਕੌਂਸਲ ਮੈਂਬਰ ਕੌਣ ਆ। ਸੋ ਮੇਰੀ ਇੱਕ ਇਹੀ ਕੋਸ਼ਿਸ਼ ਸ਼ੁਰੂ ਤੋਂ ਰਹੀ ਸੀ ਕਿ
ਜੋ ਕੁਝ ਸਾਡੇ ਹੋ ਰਿਹਾ ਹੈ ਕਮਿਊਨਿਟੀ 'ਚ ਹੋ ਰਿਹਾ, ਜੋ ਕੁਝ ਅਸੀਂ ਫੈਸਲੇ ਕਰ ਰਹੇ ਹਾਂ, ਉਹ ਖਬਰਾਂ ਜਿਹੜੀਆਂ ਉਹ ਇਨਫੋਰਮੇਸ਼ਨ ਜਿਹੜੀ ਆ ਕਿੱਦਾਂ ਸਿਟੀ 'ਚ ਪਹੁੰਚਾਈ ਜਾਵੇ, ਆਮ ਲੋਕਾਂ ਕੋਲ ਪਹੁੰਚਾਈ ਜਾਵੇ। ਸੋ ਉਹ ਚੀਜ਼ਾਂ ਅਸੀਂ ਸਿਰਫ ਉਦੋਂ ਹੀ ਨਹੀਂ ਕੀਤੀਆਂ ਕਿ ਜਦੋਂ ਇਲੈਕਸ਼ਨ ਲੜ ਰਹੇ ਸੀ, ਪਰ ਕੰਟੀਨਿਊਅਸਲੀ ਸੋਸ਼ਲ ਮੀਡੀਆ ਹੈਂਡਲਸ ਜਿੰਨੇ ਵੀ ਮੇਰੇ ਹੈਗੇ ਆ, ਜਦੋਂ ਵੀ ਅਸੀਂ ਨਾ ਇੱਕ ਦੂਜੇ ਨਾਲ ਇੰਗੇਜਮੈਂਟ, ਬਹੁਤ ਜਿਹੜੀ ਇੰਗੇਜਮੈਂਟ ਦਾ ਵੱਡਾ ਬੇਸਿਸ ਸੀ। ਤਾਂ ਬਾਕੀ ਥੋੜ੍ਹੀਆਂ ਹੋਰ ਚੀਜ਼ਾਂ ਜਿਹੜੀਆਂ ਲੈ ਕੇ ਆਏ ਸ਼ਹਿਰ ਦੇ ਵਿੱਚ। ਇੱਕ ਤੁਸੀਂ ਆ ਚੇਤਾ ਰਹੂਗਾ ਕਿ ਪਿਛਲੀ ਵਾਰੀ ਆਪਾਂ ਪ੍ਰੋਜੈਕਟ ਦੀ ਗੱਲ ਕੀਤੀ ਸੀ 2020 ਦੇ ਵਿੱਚ, ਉਹ ਹੈਗਾ ਸੀ ਗ੍ਰੇਟ ਵੋਲਫ ਲਾਜ। ਹਾਂ, ਉਹ ਹੈਗਾ ਸੀ 500 ਕਮਰੇ ਦਾ ਹੋਟਲ ਜਿਹਦੇ ਵਿੱਚ ਇਨਡੋਰ ਵਾਟਰ ਪਾਰਕ ਸੀ। ਵਾਟਰ ਪਾਰਕ ਹੈ ਔਰ ਵੇਟਿੰਗ ਬੜੀ ਉਹਦੀ। ਹਾਂਜੀ, ਉਹਦੇ ਵਿੱਚ ਇਸ ਵੇਲੇ 5 ਲੱਖ ਵਿਜ਼ਿਟਰਸ ਆ ਰਹੇ ਆ ਸਾਲ ਦੇ। ਐਂਡ ਉਹ ਜਿਹੜਾ ਪ੍ਰੋਜੈਕਟ ਹੈ ਉਹ ਅਸੀਂ ਬਿਲਕੁਲ 10 ਸਾਲ ਲੱਗ ਗਏ, ਪਰ ਉਹ ਲੈ ਕੇ ਆਏ ਮਟੀਕਾ ਸ਼ਹਿਰ ਦੇ ਵਿੱਚ। ਉਹਨਾਂ ਹੁਣ ਗਾਂ ਤੋਂ ਗਾਂ ਤੁਸੀਂ ਦੇਖੋ ਕਿ ਕਿੰਨਾ ਮਟੀਕਾ ਸ਼ਹਿਰ ਵੱਧਦੇ ਪਾਉਣਾ ਹੈ। ਇਹ ਵੈਸੇ ਬਿਲਕੁਲ ਸਹੀ ਗੱਲ ਹੈ ਗੈਰੀ ਭਾਜੀ ਤੁਹਾਡੀ ਵੀ। ਅਸੀਂ ਗੱਲ ਕਰੀਏ ਪਹਿਲਾਂ ਬੇ ਏਰੀਆ ਦੇ ਵਿੱਚ ਲੋਕ ਰਹਿੰਦੇ ਸੀਗੇ ਜ਼ਿਆਦਾ, ਤੇ ਫਿਰ ਹੌਲੀ ਹੌਲੀ ਬੇ ਏਰੀਆ ਮਹਿੰਗਾ ਹੋ ਗਿਆ ਤੇ ਟ੍ਰੇਸੀ ਤੱਕ ਆ ਗਏ। ਹੁਣ ਟ੍ਰੇਸੀ ਵੀ ਜਦੋਂ ਦਾ ਮਹਿੰਗਾ ਹੋਇਆ ਤੇ ਲੈਥਰੋਪ ਜਿੱਥੇ ਆਪਾਂ ਬੈਠੇ ਆ ਤੇ ਮੰਟੀਕਾ, ਇਹ ਦੋ ਜਿਹੜੇ ਮੇਰੇ ਖਿਆਲ ਸਭ ਤੋਂ ਫਾਸਟ ਗਰੋਇੰਗ ਸਿਟੀਜ਼ ਇਸ ਟਾਈਮ ਕੈਲੀਫੋਰਨੀਆ ਦੇ ਹੈਗੇ ਆ। ਬਿਲਕੁਲ ਜੀ, ਜਿੱਥੇ ਬਹੁਤ ਪ੍ਰੋਜੈਕਟ ਆ ਰਹੇ ਨੇ, ਬਹੁਤ ਸਾਰੀਆਂ ਕੰਪਨੀਆਂ ਆ ਰਹੀਆਂ ਨੇ। ਟੈਸਲਾ ਕੰਪਨੀ ਇੱਥੇ ਹੈਗੀ ਹੈ ਸਾਰੀ, ਬਹੁਤ ਵੱਡੇ। ਤੇ ਅਸੀਂ ਮੰਟੀਕੇ ਦੀ ਗੱਲ ਕਰੀਏ, ਉੱਦਾਂ ਜਦੋਂ ਮੈਂ ਨਿਊਯਾਰਕ ਤੋਂ ਆਉਂਦਾ ਸੀ ਤਾਂ ਮੈਨੂੰ ਪੁੱਛ ਕੇ ਸੋਚ ਕੇ ਸਵਾਲ ਕਰਨੇ ਪੈਂਦੇ ਸੀ। ਤੇ ਹੁਣ ਹੈਗਾ ਸਾਡੇ ਗਵਾਂਢ ਦੇ ਵਿੱਚ ਹੀ ਮੰਟੀਕਾ। ਹੁਣ ਜਿਹੜੇ ਸਵਾਲ ਵੀ ਕਰਨੇ ਆ ਤਾਂ ਉਹ ਮੈਨੂੰ ਸੋਚਣ ਦੀ ਪੁੱਛਣ ਦੀ ਲੋੜ ਨਹੀਂ ਹੈਗੀ। ਤੇ ਆਪਾਂ ਤੁਹਾਡੇ ਇਹ ਪੈਂਫਲੇਟ ਵੱਲ ਚੱਲਦੇ ਹਾਂ। ਬਹੁਤ ਵਧੀਆ ਤੁਹਾਡਾ ਸਲੋਗਨ ਹੈਗਾ ਜੀ, ਗੈਰੀ ਸਿੰਘ ਫਾਰ ਮੰਟੀਕਾ ਮੇਅਰ। ਤਾਂ ਬਹੁਤ ਵਧੀਆ ਇਹ ਜਿਹੜੇ ਇਹਦੇ ਹੀ ਤੁਸੀਂ ਕੰਮ ਲਿਖੇ ਵੀ ਆਉਣ ਵਾਲੇ ਸਮੇਂ 'ਚ ਕਰਾਓਗੇ। ਹਾਂਜੀ, ਤੇ ਜਿਹੜਾ ਤੁਸੀਂ ਲਿਖਿਆ ਅਖੀਰ ਤੇ, ਪਰ ਮੈਂ ਉਹਨੂੰ ਪਹਿਲਾਂ ਗੱਲ ਕਰਨੀ ਚਾਹੁੰਦਾ ਕਿਉਂਕਿ ਬੜੀ ਵੱਡੀ ਸਮੱਸਿਆ ਉਹ ਬਣਦੀ ਜਾ ਰਹੀ ਆਉਣ ਵਾਲੇ ਸਮੇਂ ਦੇ ਵਿੱਚ। ਹਾਂਜੀ, ਤੇ ਅਸੀਂ ਨਿਊਯਾਰਕ ਜਦੋਂ ਹੁੰਦੇ ਸੀ ਤੇ ਟ੍ਰੇਨ ਦੇ ਵਿੱਚ ਜਾਂਦੇ ਹੁੰਦੇ ਸੀ ਆਫਿਸ ਜੋ ਜਾਣਾ, ਤੇ ਜਿਹੜੀ ਟ੍ਰੇਨ ਦੇ ਵਿੱਚ ਹੋਮਲੈਸ ਵਾਲਾ ਕੋਈ ਬੈਠਾ ਹੁੰਦਾ ਸੀ ਉਹ ਸਾਰਾ ਡੱਬਾ ਖਾਲੀ ਹੁੰਦਾ ਸੀ, ਬਾਕੀ ਡੱਬੇ ਭਰੇ ਪਏ ਹੁੰਦੇ ਸੀ। ਇਹ ਹੋਮਲੈਸ ਜਿਹੜੇ ਹੈਗੇ ਨੇ ਇਹਨਾਂ ਦੀ ਸਮੱਸਿਆ ਹਰ ਸ਼ਹਿਰ ਦੇ ਵਿੱਚ ਹੈਗੀ ਆ ਆਬਾਦੀ ਦੇ ਹਿਸਾਬ ਨਾਲ, ਠੀਕ ਹੈ ਜੀ। ਔਰ ਕਈ ਸ਼ਹਿਰਾਂ ਦੇ ਵਿੱਚ ਹੈ ਹੀ ਨਹੀਂ। ਜਿਵੇਂ ਮੈਂ ਤੁਹਾਨੂੰ ਹੁਣ ਪਹਿਲਾਂ ਗੱਲ ਕਰਦਾ ਸੀਗਾ ਜੀ, ਮੰਟੀਕੇ ਦੇ ਵਿੱਚ ਹੋਮਲੈਸ ਹੈਗੇ ਨੇ, ਇੱਥੇ ਕਿਉਂ ਨਹੀਂ ਹੈ? ਲੈਥਰੋਪ ਹੈ ਨਹੀਂ ਗੇ ਵੀ ਹਜੇ, ਤਾਂ ਸਿਟੀ ਦੇ ਹਿਸਾਬ ਨਾਲ ਹਜੇ ਹੈ ਨਹੀਂ ਗੇ। ਜਿਹੜੇ ਹੋਮਲੈਸ ਦੀ ਤੁਸੀਂ ਗੱਲ ਕੀਤੀ ਹੈ ਕਿ ਹੋਮਲੈਸ ਇੱਕ ਬੜੀ ਵੱਡੀ ਸਮੱਸਿਆ, ਤੇ ਮੰਟੀਕਾ ਵਿੱਚ ਪਹਿਲਾਂ ਕੋਈ ਸ਼ੈਲਟਰ ਹੈਗਾ ਹੋਮਲੈਸ ਵਾਸਤੇ ਕਿ ਨਹੀਂ? ਕੋਈ ਪਹਿਲਾ ਸਵਾਲ ਤਾਂ ਇਹ ਬਣਦਾ ਵੀ ਹੈ ਕਿੰਨੇ ਕੁ ਉੱਥੇ? ਓਕੇ, ਪਹਿਲੋਂ ਗੱਲ, ਹਾਂਜੀ ਚਲੋ ਪਹਿਲੋਂ ਤਾਂ ਆਪਾਂ ਇਹੀ ਸ਼ੇਅਰ ਕਰਦੇ ਹਾਂ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਜਿਹੜੀ ਹੋਮਲੈਸ ਦੀ ਸਿਚੁਏਸ਼ਨ ਆ, ਇਹ ਇਕੱਲੀ ਮੰਟੀਕਾ ਸ਼ਹਿਰ ਦੀ ਪ੍ਰੋਬਲਮ ਨਹੀਂ ਹੈਗੀ, ਜਾਂ ਇਸ ਕਾਊਂਟੀ ਦੀ ਪ੍ਰੋਬਲਮ, ਜਾਂ ਕੈਲੀਫੋਰਨੀਆ ਸ਼ਹਿਰ ਦੀ ਨਹੀਂ ਹੈਗੀ, ਸਟੇਟ ਦੀ ਨਹੀਂ ਹੈਗੀ, ਇਹ ਸਾਰੇ ਅਮਰੀਕਾ ਦੀ ਪ੍ਰੋਬਲਮ ਹੈ ਇਸ ਵੇਲੇ। ਐਂਡ ਕਰੰਟਲੀ ਜਦੋਂ ਲਾਸਟ ਆਪਣੀ ਕਾਊਂਟ ਹੋਈ ਸੀ ਇਸ ਕਾਊਂਟੀ ਦੇ ਵਿੱਚ, ਸੈਨ ਵਾਕੀਨ ਦੇ ਵਿੱਚ, ਮੰਟੀਕਾ ਸ਼ਹਿਰ ਦੇ ਵਿੱਚ 160 ਹੋਮਲੈਸ ਪੀਪਲ ਸੀ ਜੀ। ਤਾਂ ਐਕਚੁਅਲੀ ਜੇ ਤੁਸੀਂ ਸੋਚਿਆ ਜਾਵੇ ਸੈਨ ਵਾਕੀਨ ਕਾਊਂਟੀ ਦੇ ਸ਼ਹਿਰਾਂ ਦੇ ਮੁਤਾਬਿਕ, ਸੋ ਜਿਹੜੇ ਮੇਜਰ ਸ਼ਹਿਰ ਆ ਆਪਣੇ ਸੈਨ ਵਾਕੀਨ ਕਾਊਂਟੀ 'ਚ ਲਾ ਲਓ, ਲੋਡਾਈ ਲਾ ਲਓ, ਸਟਾਕਟਨ ਲਾ ਲਓ, ਟ੍ਰੇਸੀ ਲਾ ਲਓ, ਮੰਟੀਕਾ ਲਾ ਲਓ, ਇਹ 4 ਮੇਨ ਸ਼ਹਿਰ ਆ। ਬਾਕੀ ਚਲੋ ਲੈਥਰੋਪ ਛੋਟੇ ਬਹੁਤ ਆ ਹਲੇ, ਹੈ ਨਾ। ਇਹਨਾਂ ਮੇਨ ਸ਼ਹਿਰਾਂ 'ਚ ਸਭ ਤੋਂ ਘੱਟ ਐਕਚੁਅਲੀ ਹੋਮਲੈਸ ਆ ਮੰਟੀਕਾ ਸ਼ਹਿਰ 'ਚ। ਅੱਛਾ, ਪਾਪੂਲੇਸ਼ਨ ਦੇ ਮੁਤਾਬਿਕ, ਹੈ ਨਾ। ਸੋ ਉਸ ਬੇਸ 'ਤੇ ਸੋਚਿਆ, ਫੇਰ ਵੀ ਜੋ ਜਿਹੜੇ ਲੋਕ ਇੰਨਾ ਚਿਰ ਹੋ ਗਿਆ ਰਹਿੰਦਿਆਂ ਨੂੰ ਮੰਟੀਕਾ 'ਚ, ਉਹਨਾਂ ਦੀ ਸੋਚ ਫੇਰ ਵੀ ਹੈਗੀ ਹੈ ਕਿ ਹਾਲੇ ਵੀ ਬਹੁਤ ਜ਼ਿਆਦਾ ਆ, ਰਾਈਟ ਜੀ। ਸੋ ਇੱਕ ਪਹਿਲਾ ਇਸ਼ੂ ਤਾਂ ਇਹੀ ਆ ਜਿਹੜਾ ਤੁਸੀਂ ਦੱਸ ਰਹੇ ਕਿ ਕਿੰਨੇ ਹੋਮਲੈਸ ਹੈਗੇ ਆ ਜੀ। ਸੋ ਹੋਮਲੈਸ ਹੈਗੇ ਆ ਜੀ। ਫਿਰ ਅਗਲਾ ਸਟੈਪ ਆ ਜਾਂਦਾ ਕਿ ਹੁਣ ਦੇਖੋ ਹਰੇਕ ਬੰਦਾ ਕਹਿੰਦਾ ਕਿ ਜੀ ਮੇਰੇ ਕੋਲ ਕੋਈ ਮੈਜਿਕ ਸੋਲੂਸ਼ਨ ਹੈਗਾ ਆ ਕਿ ਇਹਨਾਂ ਨੂੰ ਸੋਲਵ ਕਰਨ ਲਈ। ਪਹਿਲੀ ਗੱਲ ਤਾਂ ਇਹੀ ਮੈਂ ਕਰੂੰਗਾ ਕਿ ਜਿਹੜਾ ਹੋਮਲੈਸ ਹੋਣਾ ਆ, ਜਾਂ ਇੱਕ ਹੋਮਲੈਸ ਬੰਦਾ ਆ, ਪਹਿਲੀ ਗੱਲ ਤਾਂ ਉਹ ਇਨਸਾਨ ਆ। ਐਂਡ ਹੋਮਲੈਸ ਹੋਣਾ ਕੋਈ ਜੁਰਮ ਨਹੀਂ ਹੈਗਾ, ਰਾਈਟ। ਸੋ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਲੈ ਕੇ ਆਪਾਂ ਥੋੜ੍ਹੀ ਕਈ ਵਾਰੀ ਸੋਚਣ ਲੱਗ ਪੈਂਦੇ ਕਿ ਜੀ ਜੇ ਹੋਮਲੈਸ, ਜਿੱਦਾਂ ਤੁਸੀਂ ਗੱਲ ਕੀਤੀ ਨਿਊਯਾਰਕ ਦੇ ਵਿੱਚ, ਆਪਾਂ ਥੋੜ੍ਹਾ ਜਿਹਾ ਉਹਦੇ ਬਾਰੇ ਨੈਗੇਟਿਵਲੀ ਸੋਚਣ ਲੱਗ ਪੈਂਦੇ ਆ। ਜਾਂ ਹੁਣ ਇੱਥੇ ਵੀ ਲੋਕ ਕਈ ਵਾਰੀ ਮੈਨੂੰ ਕਹਿੰਦੇ ਆ ਕਿ ਜੀ ਹੋਮਲੈਸ ਆਇਆ ਆ, ਹੋਮਲੈਸ ਇੱਥੇ ਬੈਠਦੇ ਆ, ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਇਕੱਠੇ ਕਰਕੇ ਬੱਸ 'ਚ ਬਿਠਾ ਕੇ ਹੋਰ ਕਿਤੇ ਭੇਜ ਦਿਓ, ਹੈ ਨਾ। ਤਾਂ ਇੱਕ ਇਹ ਵੀ ਚੀਜ਼ ਹੈ, ਜਦੋਂ ਲਾਸਟ ਕਾਊਂਟ ਹੋਈ ਸੀ ਉਦੋਂ ਇਹ ਕਾਊਂਟ ਹੋਇਆ ਸੀ ਕਿ 80% ਜਿਹੜੇ ਹੋਮਲੈਸ ਮੰਟੀਕਾ 'ਚ ਆ, ਉਹ ਮੰਟੀਕਾ ਦੇ ਵਾਸੀ ਹੁੰਦੇ ਸੀ ਜਾਂ ਮੰਟੀਕਾ ਦੇ ਲਿੰਕ ਹੁੰਦੇ ਸੀ ਉਹਨਾਂ ਦੇ ਜੀ। ਸੋ ਇਹ ਨਹੀਂ ਕਿ ਉਹ ਹੈ ਨਾ ਬਾਹਰੋਂ ਆ ਕੇ ਮੰਟੀਕਾ ਸ਼ਹਿਰ 'ਚ ਆ ਗਏ ਜੀ, ਬਸ ਗਏ। ਸੋ ਇੱਕ ਤਾਂ ਇਹੀ ਹੈ ਕਿ ਉਹਨਾਂ ਨੂੰ ਅਸੀਂ ਭੇਜੀਏ ਕਿੱਥੇ ਜੋ ਹੈਗੇ ਮੰਟੀਕਾ ਦੇ ਆ, ਰਾਈਟ। ਸੋ ਅੱਛਾ, ਇਹ ਕਾਫੀ ਗੰਭੀਰ ਇਸ਼ੂ ਹੈਗਾ
ਔਰ ਬਹੁਤ ਜ਼ਿਆਦਾ ਸੋਚ ਵਿਚਾਰ ਵਾਲਾ ਵਿਸ਼ੂ ਹੈਗਾ ਦੋਨੇ ਪੱਖਾਂ ਤੋਂ। ਹਾਂਜੀ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ। ਪਹਿਲਾਂ ਟਾਈਮ ਆਪਣੇ ਕੋਲੇ ਖੁੱਲ੍ਹਾ, ਕਾਲਾਂ ਜਿਹੜੀਆਂ ਅਸੀਂ ਅਗਲੇ ਸੈਗਮੈਂਟ ਤੋਂ ਮੈਂ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ ਕਾਲਾਂ ਲੈਣੀ ਸ਼ੁਰੂ ਕਰਾਂਗੇ। ਇਸ ਸੈਗਮੈਂਟ 'ਚ ਅਸੀਂ ਕਾਲਾਂ ਨਹੀਂ ਲਵਾਂਗੇ ਤੇ ਇਹ ਬਹੁਤ ਜ਼ਿਆਦਾ ਸਮਝਾਉਣ ਵਾਲਾ ਲੋਕਾਂ ਨੂੰ ਵਿਸ਼ਾ ਹੈਗਾ ਵੀ ਉਹਦੇ ਹੱਲ ਜਿਹੜੇ ਹੈਗੇ ਆ ਉਹ ਵੀ ਅਸੀਂ ਜ਼ਰੂਰ ਪੁੱਛਾਂਗੇ ਇਹਨਾਂ ਕੋਲ। ਪਰ ਇੱਕ ਬ੍ਰੇਕ ਪਹਿਲਾਂ ਲੈਣੀ ਪੈਣੀ। ਹਾਜ਼ਰ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੇ ਗੱਲ ਅਸੀਂ ਅੱਜ ਕਰ ਰਹੇ ਹਾਂ ਗੈਰੀ ਸਿੰਘ ਜੀ, ਜਿਹੜੇ ਕਿ ਮੰਟੀਕੇ ਦੇ ਕਹਿ ਦਈਏ ਯੰਗੈਸਟ ਕੈਂਡੀਡੇਟ ਨੇ। ਵੈਸੇ ਯੰਗੈਸਟ ਨੇ ਪਰ ਉੱਦਾਂ ਪੁਰਾਣੇ ਸਭ ਤੋਂ ਨੇ। 10 ਸਾਲ ਹੋ ਗਏ ਇਹਨਾਂ ਨੂੰ ਵੀ। ਪਹਿਲਾਂ ਪਲੈਨਿੰਗ ਕਮਿਸ਼ਨਰ ਸੀਗੇ ਤੇ ਹੁਣ ਡਿਪਟੀ ਮੇਅਰ ਦੇ ਅਹੁਦੇ ਤੇ ਤਾਇਨਾਤ ਨੇ। ਸੋ ਯੰਗ ਲੋਕ ਜਿਹੜੇ ਆ ਉਹ ਅੱਗੇ ਆਉਣੇ ਚਾਹੀਦੇ ਆ, ਉਹਨਾਂ ਨਾਲ ਗੱਲਬਾਤ ਅੱਗੇ ਤੋਂ ਅੱਗੇ। ਅੱਛਾ ਗੈਰੀ ਭਾਜੀ, ਗੱਲ ਕਰ ਰਹੇ ਸੀ ਅਸੀਂ ਹੋਮਲੈਸ ਦੀ। ਫਿਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਇਹਨਾਂ ਨੂੰ ਕਿਤੇ ਛੱਡਿਓ, ਕਿਤੇ ਹੋਰ ਭੇਜ ਦਿਓ, ਜਾਂ ਸਾਨੂੰ ਕਿਸੇ ਦੱਸਿਆ ਸੀ ਵੀ ਭੇਜ ਛੱਡ ਦਿੰਦੇ ਨੇ ਦੂਜੇ ਸ਼ਹਿਰਾਂ ਦੇ ਵਿੱਚ। ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਵੀ ਦੇ ਕੇ ਆਉਂਦੇ, ਕੱਪੜੇ ਕੁੱਪੜੇ ਵੀ ਦੇ ਕੇ ਆਉਂਦੇ, ਬਹੁਤ ਸਾਰੇ ਅਸੀਂ ਦੇਖੇ ਆ। ਕਾਨੂੰਨ ਕੀ ਕਹਿੰਦਾ ਹੈ? ਹਵੇ ਕਾਨੂੰਨ ਮੇਰੇ ਖਿਆਲ ਹਰ ਕਾਉਂਟੀ ਦਾ ਅਲੱਗ-ਅਲੱਗ ਹੋਏਗਾ। ਨਹੀਂ, ਸੋ ਬੇਸਿਕਲੀ ਇੱਦਾਂ ਆ ਕਿ ਮੈਂ ਤੁਹਾਨੂੰ ਪਹਿਲਾਂ ਇਹੀ ਲੀਗਲੀ ਦੱਸਾਂ ਕਿ ਪਹਿਲੋਂ ਕੀ ਐਕਚੁਅਲ ਸਿਚੁਏਸ਼ਨ ਜਿਹੜੀ ਸ਼ੁਰੂ ਹੋਈ ਆ। ਅੱਜ ਤੋਂ 10 ਸਾਲ ਪਹਿਲੋਂ ਸਿਟੀ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜਾ ਜਿਹੜੇ ਲੋਕੀ ਆ ਕੈਂਪਿੰਗ ਕਰ ਰਹੇ ਆ ਜਾਂ ਸੜਕਾਂ 'ਤੇ ਬੈਠੇ ਆ, ਇਹਨਾਂ ਸਾਰਿਆਂ ਨੂੰ ਉਠਾ ਕੇ ਲੈ ਜਾਈਏ ਇੱਥੋਂ ਜਾਂ ਚੱਕ ਲਈਏ। ਤਾਂ ਉਦੋਂ ਕੀ ਹੋਇਆ ਕਿ ਸਿਟੀ ਨੇ ਉਹਨੂੰ ਐਂਟੀ ਕੈਂਪਿੰਗ ਆਰਡੀਨੈਂਸ ਕਹਿੰਦੇ ਆ ਜੀ, ਉਹ ਕੋਸ਼ਿਸ਼ ਕੀਤੀ ਉਹ ਆਰਡੀਨੈਂਸ ਨੂੰ ਲਾਗੂ ਕਰਨ ਦੀ। ਪਰ ਉਹ ਪ੍ਰੋਬਲਮ ਕੀ ਪੈ ਗਈ ਕਿ ਉਸ ਬੇਸ 'ਤੇ ਉਹ ਲੀਗਲ ਨਹੀਂ ਹੈਗਾ ਸੀ। ਤਾਂ ਸਿਟੀ ਨੂੰ ਐਕਚੁਅਲੀ ਹੋਮਲੈਸ ਅਟਰਨੀਜ਼ ਆਏ ਸੈਨ ਫਰਾਂਸਿਸਕੋ ਤੋਂ। ਅੱਛਾ। ਹੋਮਲੈਸਾਂ ਦੇ ਨਾਂ ਸਾਈਨ ਕਰਾ ਕੇ ਉਹਨਾਂ ਦੇ ਬੇਸੇ 'ਤੇ ਸਿਟੀ ਨੂੰ ਸੂ ਕਰਤਾ। ਅੱਛਾ ਜੀ। ਤਾਂ ਕੇਸ ਕਰਤਾ ਸਿਟੀ 'ਤੇ ਕਿ ਜਿਹੜਾ ਤੁਸੀਂ ਇਹ ਆਰਡੀਨੈਂਸ ਪਾਸ ਕਰਾ ਰਹੇ ਆ ਇਹ ਇਲੀਗਲ ਆ। ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਿਆ? ਉਹਦਾ ਪਹਿਲਾ ਆਪਸ਼ਨ ਜਿਹੜਾ ਸੀ ਕਿ ਹਰੇਕ ਇਨਸਾਨ, ਤਾਂ ਸਪੈਸ਼ਲੀ ਹੋਮਲੈਸ ਵੀ, ਪਹਿਲੀ ਗੱਲ ਤਾਂ ਹੋਮਲੈਸ ਹੋਣਾ ਜੁਰਮ ਨਹੀਂ ਹੈਗਾ। ਤਾਂ ਜੇ ਕੋਈ ਹੋਮਲੈਸ ਹੈਗਾ ਆ, ਜਿੱਦਾਂ ਹੈ ਆਮ ਇਨਸਾਨ ਆ, ਹਰੇਕ ਕੋ ਹੈਗਾ ਸੌਣ ਦਾ ਹੱਕ। ਸੋ ਉਹਨੂੰ ਕਹਿੰਦੇ ਰਾਈਟ ਟੂ ਸਲੀਪ ਜੀ। ਸੋ ਉਹ ਰੂਲ ਇਹ ਕਹਿੰਦਾ ਆ ਕਿ 11 ਵਜੇ ਤੋਂ ਲੈ ਕੇ 5 ਵਜੇ ਦੇ ਸਵੇਰ ਵਜੇ ਤੱਕ ਹਰੇਕ ਬੰਦੇ ਨੂੰ ਸੌਣ ਦਾ ਹੱਕ ਆ। ਤਾਂ ਜੇ ਹੁਣ ਤੁਹਾਡੇ ਕੋਲ ਘਰ ਨਹੀਂ, ਇਹਦਾ ਮੈਂ ਇਹ ਨਹੀਂ ਕਿ ਤੁਹਾਡਾ ਹੱਕ ਇਹ ਮਰ ਜਾਂਦਾ ਹੈ। ਸੋ ਬੇਸਿਕਲੀ ਇਹ ਮਤਲਬ ਇਹ ਕਹਿੰਦਾ ਕਿ 11 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਕਿਸੇ ਹੋਮਲੈਸ ਨੂੰ ਪਬਲਿਕ ਪ੍ਰਾਪਰਟੀ ਤੋਂ ਉਠਾ ਨਹੀਂ ਸਕਦੇ। ਸੋ ਪਹਿਲਾ ਰੂਲ ਤਾਂ ਇਹ ਹੋ ਗਿਆ ਹੁਣ ਕਿ 11 ਤੋਂ 5 ਹਟਾ ਨਹੀਂ ਸਕਦੇ ਤੁਸੀਂ ਕਿਸੇ ਵੀ ਹੋਮਲੈਸ ਬੰਦੇ ਨੂੰ। ਸੋ ਇੱਕ ਇਹ ਹੋ ਗਿਆ। ਸੋ ਅਗਲਾ ਸਟੈਪ ਕੀ ਹੋਇਆ? ਉਦੋਂ ਸਿਟੀ ਨੇ ਚਲੋ ਇੱਕ ਸ਼ੁਰੂ ਕਰਤਾ। ਬੇਸਿਕਲੀ ਦਿਨ ਨੂੰ ਕੀ ਹੁੰਦਾ ਸੀ, ਸਾਡੇ ਦਿਨ ਨੂੰ ਹੋਮਲੈਸ ਜਿਹੜੇ ਸੀ ਪਾਰਕਾਂ 'ਚ ਚੱਲ ਜਾਂਦੇ ਸੀ, ਕਿ ਪਾਰਕ ਖੁੱਲ੍ਹੇ ਆ, ਸਾਰਿਆਂ ਲਈ ਖੁੱਲ੍ਹੇ ਆ ਜੀ। ਰਾਤ ਨੂੰ ਪਾਰਕ ਬੰਦ ਹੋ ਜਾਂਦੇ ਆ। ਸੋ ਉੱਠ ਕੇ ਉਹ ਲਾਇਬ੍ਰੇਰੀ ਦੇ ਮੂਹਰੇ ਜਾਂ ਸਿਟੀ ਸੈਂਟਰ ਦੇ ਮੂਹਰੇ ਉੱਥੇ ਜਾ ਕੇ ਬਹਿ ਜਾਂਦੇ ਸੀ, ਪੱਕੇ ਉਹ ਪਬਲਿਕ ਪ੍ਰਾਪਰਟੀ ਆ, ਹੈ ਨਾ। ਸੋ ਉਸ ਤੋਂ ਬਾਅਦ ਇੱਕ ਹੋਰ ਕੇਸ ਆਇਆ ਬੋਇਜ਼ੀ ਆਈਡਾਹੋ ਦੇ ਵਿੱਚ। ਇਹ ਸਾਰਾ ਵੈਸਟਰਨ ਏਰੀਆ ਨੂੰ ਕਵਰ ਕਰਦਾ, ਆਪਣਾ ਜਿਹੜਾ ਵੈਸਟ ਸਾਈਡ ਆ, ਹੈ ਨਾ। ਇਹ ਕੇਸ ਜਿਹੜਾ ਸੀ ਮਾਰਟਨ ਵਰਸਸ ਬੋਇਜ਼ੀ, ਇਹ ਸੁਪਰੀਮ ਕੋਰਟ ਤੱਕ ਗਿਆ। ਅੱਛਾ ਜੀ। ਤਾਂ ਬੋਇਜ਼ੀ ਆਈਡਾਹੋ 'ਚ ਵੀ ਇਹਨਾਂ ਨੇ ਇਹੀ ਕੋਸ਼ਿਸ਼ ਕੀਤੀ ਕਿ ਜਿਹੜੇ ਐਂਟੀ ਕੈਂਪਿੰਗ ਆਰਡੀਨੈਂਸ ਆ ਲੋਕਾਂ ਨੂੰ ਅਸੀਂ ਉਠਾਈਏ ਇੱਥੋਂ ਸਾਰੇ। ਉਹ ਕੇਸ ਦਾ ਮੁੱਦਾ ਇਹ ਨਿਕਲਿਆ ਕਿ ਕੋਈ ਵੀ ਬੰਦਾ ਜਾਂ ਰਾਨੀ ਜਿਹੜਾ ਸੌਣ ਦੀ ਗੱਲ ਅੱਡ ਰਹਿ ਗਈ, ਪਰ ਜੇ ਕਿਸੇ ਵੀ ਸ਼ਹਿਰ ਦੇ ਕੋਲ ਸ਼ੈਲਟਰ ਜਾਂ ਬੈੱਡ, ਪਰਮਾਨੈਂਟ ਬੈੱਡ ਫੈਸਿਲਿਟੀ ਅਵੇਲੇਬਲ ਨਹੀਂ ਹੈਗੀ, ਤਾਂ ਉਹ ਹੋਮਲੈਸ ਨੂੰ ਉਠਾ ਨਹੀਂ ਸਕਦੇ ਉੱਥੋਂ ਤੁਸੀਂ ਜੀ। ਸੋ ਹੁਣ ਇੱਕ ਹੋ ਗਿਆ ਕਿ 11 ਤੋਂ 5 ਤੁਸੀਂ ਉੱਦਾਂ ਨਹੀਂ ਉਠਾ ਸਕਦੇ ਸੌਣ ਦਾ। ਦੂਸਰਾ ਹੋ ਗਿਆ ਕਿ ਜੇ ਤੁਹਾਡੇ ਸ਼ਹਿਰ ਦੇ ਵਿੱਚ ਸ਼ੈਲਟਰ ਨਹੀਂ ਹੈਗਾ, ਮੰਜਾ ਨਹੀਂ ਹੈਗਾ ਉਹਨਾਂ ਲਈ ਸੌਣ ਲਈ, ਤੁਸੀਂ ਉਹਨਾਂ ਨੂੰ ਕਦੀ ਵੀ ਨਹੀਂ ਉਠਾ ਸਕਦੇ ਪਬਲਿਕ ਪ੍ਰਾਪਰਟੀ ਤੋਂ। ਸੋ ਹੁਣ ਇਹ ਲਾ ਆਲਰੇਡੀ ਔਨ ਦ ਬੁੱਕਸ ਆ। ਸਾਰੇ ਸ਼ਹਿਰਾਂ ਆ ਜਿੰਨਾ ਵੀ ਵੈਸਟਰਨ ਰੀਜਨ ਆ ਸਾਰਿਆਂ ਨੂੰ ਫਾਲੋ ਕਰਨੇ ਪੈਣੇ। ਕੈਲੀਫੋਰਨੀਆ ਸਟੇਟ ਨੂੰ ਫਾਲੋ ਕਰਨੇ ਪੈਣੇ, ਸਾਨੂੰ ਮੰਟੀਕਾ ਸ਼ਹਿਰ ਨੂੰ ਫਾਲੋ ਕਰਨੇ ਪੈਣੇ, ਹਰੇਕ ਦੂਸਰੇ ਸ਼ਹਿਰ ਨੂੰ ਵੀ ਕਰਨੇ ਪੈਣੇ ਆ। ਤੇ ਹੁਣ ਇਹ ਗੱਲ ਆ ਗਈ ਸ਼ੈਲਟਰ ਦੀ। ਇੱਕ ਸ਼ੈਲਟਰ ਕੀ ਤਕਰੀਬਨ ਬਣੇ ਹੋਏ ਆ ਹਰ ਸ਼ਹਿਰ ਦੇ ਵਿੱਚ ਜਾਂ ਨਹੀਂ? ਅਸੀਂ ਸਪੈਸ਼ਲੀ ਮੰਟੀਕੇ ਦੀ ਗੱਲ ਕਰੀਏ। ਹਾਂਜੀ, ਮੰਟੀਕੇ ਸ਼ੈਲਟਰ ਹੈ ਜਾਂ ਨਹੀਂ? ਓਕੇ। ਸੋ ਟੈਂਪਰੇਰੀ ਸਾਡੇ ਕੋਲ ਇਸ ਵੇਲੇ ਕੀ ਹੈ, ਇੱਕ ਟੈਂਟ ਆ। ਉਹ ਟੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਫੂਡ ਦਿੰਦੇ ਹਾਂ, ਹੈਲਪ ਕਰਦੇ ਹਾਂ, ਸ਼ਾਵਰ ਪ੍ਰੋਵਾਈਡ ਕਰਦੇ ਹਾਂ, ਪਰ ਉਹ ਪਰਮਾਨੈਂਟ ਫੈਸਿਲਿਟੀ ਨਹੀਂ ਹੈਗੀ ਜੀ। ਸੋ ਪਹਿਲੋਂ ਮੇਰੇ 'ਤੇ ਇਹੀ ਮੁੱਦੇ ਉੱਠੇ ਸੀ ਕਿ ਜੇ ਜੀ ਤੁਸੀਂ ਸ਼ੈਲਟਰ ਬਣਾਤਾ ਇੱਥੇ, ਤਾਂ ਸਾਰੇ ਜਿੰਨੇ ਵੀ ਇਲਾਕੇ ਦੇ ਹੋਮਲੈਸ ਹੈਗੇ ਆ, ਹੋਰ ਸ਼ਹਿਰਾਂ ਦੇ ਵੀ ਹੈਗੇ ਆ, ਉਹ ਸਾਰੇ ਮੰਟੀਕਾ ਸ਼ਹਿਰ 'ਚ ਆ ਜਾਣੇ ਆ ਜੀ। ਸੋ ਅਸੀਂ ਕੀ ਕੋਸ਼ਿਸ਼ ਕੀਤੀ ਕਿ ਪਿਛਲੇ 4 ਸਾਲਾਂ ਦੇ ਵਿੱਚ ਅਸੀਂ ਸੈਨ ਵਾਕਿਨ ਕਾਉਂਟੀ ਜਿਹੜੀ ਸਾਡੀ ਆ
ਉਹਨਾਂ ਜਿੰਨੇ ਵੀ ਮੇਜਰ ਸ਼ਹਿਰ ਆ ਸਾਰਿਆਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਹੈ ਨਾ ਆਪਣੇ ਹੋਮਲੈਸ ਜਿਹੜੇ ਆ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰੋ। ਸੋ ਹੁਣ ਉਹ 'ਚੋਂ ਕੀ ਨਿਕਲਿਆ ਆ ਕਿ ਜਿੰਨੇ ਵੀ ਸ਼ਹਿਰ ਆਪਣੇ ਮੇਜਰ ਸ਼ਹਿਰ ਆ, ਸੋ ਟ੍ਰੇਸੀ, ਲੋਡਾਈ, ਸਟਾਕਟਨ ਐਂਡ ਮੰਟਿਕਾ, ਹਰੇਕ ਆਪਣਾ ਨੈਵੀਗੇਸ਼ਨ ਸੈਂਟਰ ਸ਼ੈਲਟਰ ਬਣਾ ਰਿਹਾ ਆਪਣੇ ਸ਼ਹਿਰ ਦੇ ਵਿੱਚ। ਅੱਛਾ। ਸੋ ਹੁਣ ਇੱਕ ਤਾਂ ਉਹ ਆਈਡੀਆ ਜਿਹੜਾ ਕਿ ਸਾਨੂੰ ਜੇ ਸ਼ੈਲਟਰ ਬਣਾਤਾ ਮੰਟਿਕਾ, ਸਾਰੇ ਮੰਟਿਕਾ 'ਚ ਆ ਜਾਣੇ ਆ। ਹੁਣ ਜੇ ਬਾਕੀ ਸ਼ਹਿਰਾਂ 'ਚ ਇੱਕ ਇੱਕ ਸ਼ੈਲਟਰ ਬਣ ਗਿਆ ਹਰੇਕ ਲਈ, ਸੋ ਹੋਮਲੈਸ ਜਿਹੜਾ ਆ ਉਹਨੂੰ ਜੋ ਆਪਣੇ ਸ਼ਹਿਰ 'ਚ ਸਹੂਲਤ ਮਿਲਦੀ ਆ ਉਹ ਮੰਟਿਕਾ 'ਚ ਕੱਲ੍ਹ ਹੀ ਆਊਗਾ ਉੱਠ ਕੇ, ਹੋਰ ਸ਼ਹਿਰ 'ਚ ਕਦੋਂ ਜਾਊਗਾ, ਹੈ ਨਾ। ਸੋ ਪਹਿਲਾ ਗੱਲ ਤਾਂ ਇਹੀ ਹੈ ਨਾ ਇਸ਼ੂ ਬਣਿਆ ਸੀ ਜੀ। ਸੋ ਇੱਕ ਤਾਂ ਇਹ ਹੁਣ ਆਪਾਂ ਸੋਲਵ ਕਰ ਲਿਆ ਜੀ। ਉਸ ਤੋਂ ਬਾਅਦ ਦੂਸਰਾ ਇਸ਼ੂ ਕੀ ਬਣਿਆ ਸੀ ਕਿ ਜਿਹੜਾ ਸ਼ੈਲਟਰ ਆ ਇਹ ਕਿਹੜਾ ਸਸਤਾ ਬਣਨਾ ਆ, ਇੰਨੇ ਪੈਸੇ ਲੱਗਣੇ ਆ, ਇਹਦਾ ਹੁਣ ਕਿੱਥੋਂ ਆਉਗੇ। ਤੁਸੀਂ ਜਿਹੜੇ ਪੈਸੇ ਆ ਉਹ ਆਪਣਾ ਜਿਹੜਾ ਲੋਕਲ ਬਜਟ ਆ, ਸ਼ਹਿਰ ਦਾ ਬਜਟ ਆ, ਉਹ ਰਾਈਟ ਨਾਓ ਆਪਣਾ ਸ਼ਹਿਰ ਦਾ ਬਜਟ 66% ਜਿਹੜਾ ਆ ਨਾ ਉਹ ਪੁਲਿਸ ਐਂਡ ਫਾਇਰ ਲੈ ਜਾਂਦੀ ਉਹਦੇ ਵਿੱਚੋਂ। ਉਹ ਕਹਿੰਦੇ ਕਿ ਹੁਣ ਜਿਹੜਾ ਇਹ ਬਜਟ ਹੈ ਇਹਦੇ ਵਿੱਚੋਂ ਤੁਸੀਂ ਕੱਢ ਕੇ ਹੋਮਲੈਸਾਂ ਨੂੰ ਹੈਲਪ ਕਰਨ ਲਈ ਦੇ ਦੇਣਾ ਆ, ਇਹਦਾ ਮਤਲਬ ਕਿ ਸਾਡਾ ਹੋਰ ਬਜਟ, ਹੋਰ ਸਹੂਲਤਾਂ ਘੱਟ ਜਾਣੀਆਂ ਜੀ। ਹੁਣ ਉਹ ਮੁੱਦਾ ਉਠਾਉਣ ਲਈ ਵੀ ਅਸੀਂ ਬਹੁਤ ਹਾਰਡ ਵਰਕ ਕੀਤਾ ਇਸ ਸਾਲ ਦੇ ਵਿੱਚ। ਅਸੀਂ ਸਟੇਟ ਲੈਵਲ 'ਤੇ ਗਏ, ਸੈਨੇਟਰ ਨਾਲ ਗੱਲ ਕੀਤੀ, ਅਸੈਂਬਲੀ ਮੈਂਬਰ ਨਾਲ ਗੱਲ ਕੀਤੀ, ਐਂਡ ਮੈਂ ਹੁਣ ਪ੍ਰਾਊਡ ਹਾਂ ਕਿ ਇਸ ਬੇਸ 'ਤੇ ਕਿ ਇਸ ਸਾਲ ਸਟੇਟ ਗਵਰਨਰ ਦੇ ਬਜਟ ਦੇ ਵਿੱਚ ਸ਼ਹਿਰ ਮੰਟਿਕਾ ਨੂੰ $16 ਮਿਲੀਅਨ ਦਾ ਗ੍ਰਾਂਟ ਮਿਲਿਆ, ਜਿਹੜਾ ਆਪਾਂ ਨੂੰ ਪੇ ਵਾਪਸ ਨਹੀਂ ਕਰਨਾ ਪੈਣਾ। ਹਮੇਸ਼ਾ ਲਈ ਉਹ ਮੰਟਿਕਾ ਸ਼ਹਿਰ ਦਾ ਉਹ ਗ੍ਰਾਂਟ ਮਿਲਿਆ ਕਿ ਨੈਵੀਗੇਸ਼ਨ ਸੈਂਟਰ ਜਿਹੜਾ ਆ ਉਹ ਤੁਸੀਂ ਹੁਣ ਬਣਾ ਸਕਦੇ ਹੋ ਪੈਸਿਆਂ ਦੇ ਨਾਲ ਜੀ। ਸੋ ਹੁਣ ਪਹਿਲੀ ਇਸ਼ੂ ਜਿਹੜੀ ਸੀ ਕਿ ਹੋਰ ਹੋਮਲੈਸ ਆ ਜਾਣੇ ਆ, ਉਹ ਸੋਲਵ ਹੋ ਗਈ। ਹੁਣ ਇਹ ਪੈਸੇ ਕਿੱਥੋਂ ਆਉਣੇ ਇਹਨੂੰ ਬਣਾਉਣ ਲਈ, ਉਹ ਵੀ ਸੋਲਵ ਹੋ ਗਿਆ। ਸੋ ਹੁਣ ਜਦੋਂ ਆਪਾਂ ਇਸ ਪ੍ਰੋਸੈਸ ਸ਼ੁਰੂ ਕਰਕੇ, ਹੁਣ ਬਾਕੀ ਸ਼ਹਿਰਾਂ ਨੇ ਆਲਰੇਡੀ ਗਰਾਊਂਡ ਬ੍ਰੇਕਿੰਗ ਕਰਤੀ ਆ, ਸ਼ੈਲਟਰ ਬਣਾਉਣ ਦੀ ਸ਼ੁਰੂ ਕਰਤੀ ਆ। ਆਪਣਾ ਜਦੋਂ ਹੁਣ ਸ਼ੈਲਟਰ ਬਣਨਾ ਸ਼ੁਰੂ ਹੋ ਜਾਣਾ, ਇਹਦਾ ਇੱਕ ਹੋਰ ਫਾਇਦਾ ਕੀ ਹੋਣਾ ਆਪਾਂ ਨੂੰ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਹ ਲਾ ਜਿਹੜੇ ਬੁੱਕਸ 'ਤੇ ਹੈਗੇ ਆ ਆਲਰੇਡੀ, ਰਾਈਟ। ਜਦੋਂ ਇੱਕ ਵਾਰੀ ਸ਼ੈਲਟਰ ਬਣ ਗਿਆ, ਫਿਰ ਹੁਣ ਜਿਹੜਾ ਇੱਕ ਪੁਲਿਸ ਆਫਸਰ ਆ, ਇਸ ਲਈ ਆਪਾਂ ਨੂੰ ਪੁਲਿਸ ਆਫਸਰ ਵਾਲੇ ਸਾਰੇ ਸਪੋਰਟ ਕਰ ਰਹੇ ਆ ਇਸ ਆਪਣੇ ਇਲੈਕਸ਼ਨ ਦੇ ਵਿੱਚ। ਜਿਹੜਾ ਇੱਕ ਪੁਲਿਸ ਆਫਸਰ ਆ, ਜਦੋਂ ਇੱਕ ਸ਼ੈਲਟਰ, ਇੱਕ ਬੈੱਡ, ਪਰਮਾਨੈਂਟ ਫੈਸਿਲਿਟੀ ਅਵੇਲੇਬਲ ਹੋ ਗਈ ਸ਼ਹਿਰ ਦੇ ਵਿੱਚ, ਉਹ ਪੁਲਿਸ ਵਾਲਾ ਜੇ ਹੋਮਲੈਸ ਦੇ ਕੋਲ ਜਾਂਦਾ ਆ ਨਾ, ਉਹਨੂੰ ਫਿਰ ਕਹਿ ਸਕਦਾ ਕਿ ਦੇਖੋ ਤੁਹਾਡੇ ਕੋਲ 3 ਆਪਸ਼ਨ ਆ ਜੀ, ਜਾਂ ਤਾਂ ਤੁਸੀਂ ਸ਼ੈਲਟਰ ਹੈਗਾ, ਬੈੱਡ ਹੈਗਾ, ਉੱਥੇ ਆ ਜਾਓ, ਜਾਂ ਤੁਸੀਂ ਇਸ ਸ਼ਹਿਰ ਤੋਂ ਚਲ ਜਾਓ, ਤਾਂ ਜਾਂ ਤੁਸੀਂ ਅਰੈਸਟ, ਸਾਈਟਡ ਐਂਡ ਅਰੈਸਟਡ। ਅੱਛਾ। ਇਹ ਜਿਹੜੀਆਂ ਚੀਜ਼ਾਂ ਅਸੀਂ ਅੱਜ ਨਹੀਂ ਕਰ ਸਕਦੇ ਬਿਕਾਜ਼ ਸਾਡੇ ਕੋਲ ਸ਼ੈਲਟਰ ਨਹੀਂ ਹੈਗਾ। ਸੋ ਜੇ ਅੱਜ ਇਹ ਕਰਦੇ ਆ ਅਸੀਂ, ਕੋਈ ਨਾ ਕੋਈ ਫੇਰ ਵਕੀਲ ਆ ਜਾਣਾ ਆ ਤਾਂ ਸਿਟੀ ਨੂੰ ਫੇਸ ਸੂ ਕਰ ਦੇਣਾ, ਪੰਗਾ ਪੈਣਾ, ਤਾਂ ਫੇਰ ਤੁਸੀਂ ਕਹਿਣਾ ਆ ਰਕਸ਼ਾ ਕਹਿਣਾ ਕਿ ਸਿਟੀ ਨੂੰ ਸੂ ਕਰਾਤਾ। ਹਾਂਜੀ। ਉਹ ਵੀ ਜਿਹੜੇ ਪੈਸੇ, ਉਹ ਵੀ ਉਹੀ ਟੈਕਸ ਮਨੀ ਆ, ਉਹ ਵੀ ਲੋਕਾਂ ਦੇ ਪੈਸੇ ਹੀ ਆ, ਉਹ ਵੀ ਉੱਥੇ ਲੱਗਣੇ ਆ। ਸੋ ਇਹ ਚੀਜ਼ ਇਸ ਲਈ ਆਪਾਂ ਸਟੈਪ ਬਾਏ ਸਟੈਪ ਚੱਲ ਰਹੇ ਆ ਸਾਰਾ ਕੁਛ। ਨਾਲੇ ਹੁਣ ਸ਼ੈਲਟਰ ਦਾ ਮੈਂ ਤੁਹਾਨੂੰ ਹੋਰ ਚੀਜ਼ ਇੱਕ ਖਾਸੀਅਤ ਦੱਸਾਂ ਕਿ ਕੀ ਹੋਣਾ ਆ। ਜਦੋਂ ਸ਼ੈਲਟਰ ਬਣ ਗਿਆ, ਉਹ ਇੱਕ ਸੈਂਟਰਲਾਈਜ਼ ਬਿਲਡਿੰਗ ਲੋਕੇਸ਼ਨ ਹੋ ਜਾਣੀ ਹੈ, ਜਿੱਥੇ ਤੁਸੀਂ ਕਹਿੰਦੇ ਕਿ ਹੁਣ ਕੋਈ ਜਾ ਕੇ ਕਿਸੇ ਨੂੰ ਨਾ ਖਿਲਾਉਣ ਚਲ ਜਾਂਦਾ ਆ ਪਾਰਕ ਦੇ ਵਿੱਚ, ਕੋਈ ਕਿਸੇ ਨੂੰ ਸਮਾਨ ਦੇ ਆਉਂਦਾ, ਕੱਪੜੇ ਦੇ ਆਉਂਦਾ। ਉਹ ਕੀ ਹੁੰਦਾ ਹੈ ਕਿ ਇੱਕ ਆਮ ਬੰਦਾ ਜਿਹੜਾ ਸ਼ੈਲਟਰ ਹੋਮਲੈਸ ਬਣਿਆ ਆ, ਬੈਠਾ ਆ ਪਾਰਕ ਦੇ ਵਿੱਚ, ਉਹਨੂੰ ਕੋਈ ਇੱਕ ਸੰਸਥਾ ਆਉਂਦੀ ਆ, ਉਹਨੂੰ ਫੂਡ ਦੇ ਜਾਂਦੀ ਆ। 2 ਘੰਟੇ ਬਾਅਦ ਹੋਰ ਕੋਈ ਆਉਂਦੀ ਆ, ਉਹਨੂੰ ਹੋਰ ਫੂਡ ਫੜਾ ਜਾਂਦੀ ਆ। ਤੀਸਰਾ ਆਉਂਦਾ, ਕੱਪੜੇ ਫੜਾ ਜਾਂਦਾ। ਉਹ ਸਾਰਾ ਇੰਨਾ ਉਹ ਕੋਈ ਜਮਾ ਹੋ ਜਾਂਦਾ, ਜਿਹੜਾ ਐਕਸਟਰਾ ਉਹਨੂੰ ਲੋੜ ਨਹੀਂ ਹੈਗੀ, ਉੱਥੇ ਸੱਟ ਜਾਂਦਾ ਸਾਰਾ ਕੁਛ, ਖਲਾਰਾ ਪਾ ਕੇ ਚਲ ਜਾਂਦਾ, ਰਾਈਟ। ਹੁਣ ਕੀ ਹੋ ਜਾਣਾ ਕਿ ਇੱਕ ਬਿਲਡਿੰਗ ਸੈਂਟਰਲਾਈਜ਼ ਲੋਕੇਸ਼ਨ ਹੋਣੀ ਕਿ ਜਿੰਨੀਆਂ ਵੀ ਸੰਸਥਾਵਾਂ, ਜਿੰਨੀਆਂ ਵੀ ਹੈਲਪ ਕਰਨਾ ਚਾਹੁੰਦੀਆਂ, ਉਹ ਸਾਰੀ ਮਦਦ ਜਿਹੜੀ ਉਹ ਬਿਲਡਿੰਗ ਦੇ ਵਿੱਚ ਲੈ ਕੇ ਆਉਣ। ਤਾਂ ਪਲੱਸ ਹੁਣ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਹੋਮਲੈਸ ਆ, ਕਈਆਂ ਨੂੰ ਮੈਂਟਲ ਇਸ਼ੂ ਆ, ਕਈਆਂ ਨੂੰ ਕੋਈ ਡਰੱਗ ਰਿਹੈਬਿਲਿਟੇਸ਼ਨ ਦੀ ਇਸ਼ੂ ਆ, ਉਹ ਵੀ ਜਿਹੜੀਆਂ ਰਿਸੋਰਸਿਸ ਉਹ ਵੀ ਆਪਣੀ ਇੱਕੋ ਬਿਲਡਿੰਗ ਦੇ ਵਿੱਚ ਆਉਗੀਆਂ। ਸੋਸ਼ਲ ਸਰਵਿਸਿਜ਼, ਕਿਸੇ ਨੂੰ ID ਦੀ ਲੋੜ ਆ, ਕੰਮ ਨੌਕਰੀ ਦੀ ਹੈਲਪ ਦੀ ਕਰਨ ਦੀ ਲੋੜ ਆ, ਉਹ ਚੀਜ਼ਾਂ ਆਪਾਂ ਸਾਰੀਆਂ ਇੱਕ ਬਿਲਡਿੰਗ ਦੇ ਅੰਡਰ ਲੈ ਕੇ ਆਉਣੀਆਂ ਕਿ ਜਿਹੜਾ ਹੋਮਲੈਸ ਆ ਉਹਨੂੰ ਵੀ ਪਤਾ ਕਿ ਜੇ ਮੈਨੂੰ ਹੁਣ ਕੋਈ ਸਹੂਲਤ ਚਾਹੀਦੀ, ਮੈਨੂੰ ਉੱਥੇ ਜਾਣਾ ਪੈਣਾ ਆ, ਤੇ ਜੇ ਨਹੀਂ ਫਿਰ ਇੱਥੇ ਮੈਨੂੰ ਕੁਛ ਨਹੀਂ ਮਿਲਣਾ ਜੀ। ਬਿਲਕੁਲ, ਬਹੁਤ ਵਧੀਆ ਤੁਹਾਡੇ ਵਿਚਾਰ ਨੇ ਜੀ, ਬਹੁਤ ਹੀ ਵਧੀਆ ਹੈਗੇ ਨੇ, ਕਿਉਂਕਿ ਇਹ ਅਕਸਰ ਕਿਹਾ ਜਾਂਦਾ ਹੋਮਲੈਸ ਵਾਲੇ ਇੱਕ ਤਾਂ ਵੀ ਲੋਕ ਥੋੜ੍ਹਾ ਨਫ਼ਰਤ ਕਰਦੇ ਆ, ਉਹ ਸਫਾਈ ਸਫੂਈ ਨਹੀਂ ਹੁੰਦੀ ਅਤੇ ਉਹ ਜ਼ਿਆਦਾ ਸਮੈਲ ਵਗੈਰਾ, ਬੜੀ ਬੈਡ ਸਮੈਲ ਆਉਂਦੀ ਹੁੰਦੀ, ਤਾਂ ਵੀ ਲੋਕ ਨਫ਼ਰਤ ਕਰਦੇ ਨੇ। ਆਖਰੀ ਸਵਾਲ ਹੋਮਲੈਸ ਨਾਲ ਸੰਬੰਧਿਤ, ਉਸ ਤੋਂ ਬਾਅਦ ਅਸੀਂ ਬਾਕੀ ਗੱਲ ਕਰਾਂਗੇ। ਇਹ ਕਾਰਨ ਕੀ ਨੇ? ਜਿਵੇਂ ਤੁਸੀਂ ਦੱਸਿਆ 80% ਨੇ, ਜਿਵੇਂ ਥੋੜ੍ਹੇ ਕਾਰਨ ਤੁਸੀਂ ਦੱਸਦੇ ਆ, 80% ਤੁਸੀਂ ਦੱਸਿਆ ਵੀ ਮੰਟੀਕੇ ਵਾਲੇ ਜਿਹੜੇ ਹੋਮਲੈਸ ਨੇ ਮੰਟੀਕੇ ਦੇ ਹੀ ਨੇ। ਹਾਂਜੀ। ਅਤੇ ਇਹ ਕਾਰਨ ਇਹਨਾਂ ਦਾ ਕੀ ਸਮਝਦੇ ਹੋ? ਐਂਡ ਆਫ ਦ ਡੇ ਇਹ ਕਾਰਨ ਅਸਲੀ ਇਹੀ ਹੈ ਕਿ ਜਿਹੜਾ ਆਪਣਾ ਹਾਊਸਿੰਗ ਦਾ ਕ੍ਰਾਈਸਿਸ ਆ, ਮਤਲਬ ਕਿ ਕਾਸਟ ਆਫ ਲਿਵਿੰਗ ਜਿਹੜੀ ਆ ਇੰਨੀ ਹਾਈ ਜਾ ਰਹੀ, ਮਹਿੰਗਾਈ ਇੰਨੀ ਹੋ ਰਹੀ ਆ ਕਿ ਜਿਹੜਾ ਆਮ ਬੰਦਾ
ਆਪਾਂ ਨਾ ਹੋਮਲੈਸ ਜਿਹੜੇ ਆ ਸੜਕਾਂ ਤੇ ਉਹ ਤਾਂ ਦੇਖ ਰਹੇ ਆ, ਪਰ ਤੁਸੀਂ ਇਮੈਜਿਨ ਕਰੋ, ਮੈਂ ਇੰਨੀਆਂ ਸੰਸਥਾ ਦੇ ਨਾਲ ਨਾ ਇਨਵੋਲਵਡ ਹੈਗਾ ਆ, ਕਿੰਨੀਆਂ ਸੰਸਥਾ ਜਿਹੜੀਆਂ ਹੈਲਪ ਕਰਦੀਆਂ ਆ ਆਪਣੇ ਸੀਨੀਅਰਸ ਦੀਆਂ, ਜਾਂ ਕਿਹੜੇ ਲੋਕ ਜਿਹੜੇ ਪੇ ਚੈੱਕ ਟੂ ਪੇ ਚੈੱਕ ਆ, ਜੇ ਬਾਈ ਚਾਂਸ ਮਾੜਾ ਜਿਹਾ ਉਹਨਾਂ ਦਾ ਕੁਝ ਹਿੱਲ ਗਿਆ ਤਾਂ ਉਹ ਵੀ ਹੋਮਲੈਸ ਹੋ ਸਕਦੇ ਬਹੁਤ ਜਲਦੀ ਜੀ। ਸੋ ਇੱਕ ਤਾਂ ਉਹ ਜਿਹੜਾ ਆਪਣੇ ਕਾਸਟ ਆਫ ਲਿਵਿੰਗ ਤੇ ਇਨਕਮ ਦਾ ਇੰਬੈਲੈਂਸ ਹੈ ਨਾ, ਇੱਕ ਤਾਂ ਉਹ ਇਸ਼ੂ ਕਰਕੇ ਆ ਜੀ। ਦੂਸਰੀ ਇਸ਼ੂ ਇਹ ਵੀ ਹੈ ਕਿ ਕਈਆਂ ਨੂੰ ਚਲੋ ਡਰੱਗਸ ਦੀ ਇਸ਼ੂ ਪੈ ਜਾਂਦੀ ਆ ਜਾਂ ਮੈਂਟਲ ਇਸ਼ੂ ਪੈ ਜਾਂਦੀ ਆ, ਐਂਡ ਉਹਦਾ ਕਰਕੇ ਜਿਹੜੇ ਘਰ ਵਾਲੇ ਆ ਉਹਨਾਂ ਕੋ ਚੋਰੀਆਂ ਕਰਦੇ ਆ, ਸੋ ਉਹਨਾਂ ਨੇ ਉਹਨਾਂ ਨੂੰ ਕੱਢਤਾ। ਸੋ ਇਹ ਵੀ ਦੋਨੇ ਪਾਸੇ ਇਸ਼ੂ ਚੱਲਦੇ ਆ। ਨਹੀਂ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਮੈਂ ਤਾਂ ਕਹਿੰਦਾ ਵੀ ਜਿਹੜੇ ਬਾਕੀ ਸ਼ਹਿਰਾਂ ਦੇ ਲੋਕ ਨੇ ਉਹ ਵੀ ਸ਼ੇਅਰ ਸਲਾਹ ਦੇ ਸਕਦੇ ਆਪਣੇ ਜਿਹੜੇ ਵੀ ਮੇਅਰ ਹੈਗੇ ਨੇ ਉੱਥੇ। ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਜੀ। ਕਾਲ ਕਰ ਸਕਦੇ ਹੋ, ਗੈਰੀ ਸਿੰਘ ਜੀ ਨੂੰ ਕੋਈ ਬਲੈਸਿੰਗ ਦੇਣੀ ਚਾਹੁੰਦੇ ਹੋ ਉਹ ਦੇ ਸਕਦੇ ਹੋ। ਬਾਕੀ ਜਿਹੜੀ ਅਸੀਂ ਹਮੇਸ਼ਾ ਬੇਨਤੀ ਕਰੀਦੀ ਹੈ ਕਿ ਪੰਜਾਬੀ ਵੋਟ ਘੱਟ ਹੀ ਜਾਂਦੇ ਨੇ ਪਾਉਣ, ਤੇ ਵੋਟ ਜ਼ਰੂਰ ਪਾਓ ਜਿਹਦੀ ਬਣੀ ਆ। ਤੇ ਬਾਕੀ ਕੋਈ ਸਲਾਹ ਦੇਣੀ ਚਾਹੁੰਦੇ ਹੋ, ਇਹ ਗੈਰੀ ਸਿੰਘ ਜੀ ਨੂੰ ਸਲਾਹ ਦਿਓਗੇ, ਉਹ ਪੂਰੀ ਅਮਰੀਕਾ ਦੇ ਵਿੱਚ ਜਾਂ ਖਾਸ ਤੌਰ 'ਤੇ ਕੈਲੀਫੋਰਨੀਆ 'ਚ ਜਿੰਨੇ ਬੈਠੇ ਨੇ ਪੰਜਾਬੀ ਅਹੁਦਿਆਂ ਦੇ ਉੱਪਰ, ਉਹਨਾਂ ਨੂੰ ਕੋਲ ਵੀ ਉਹ ਸਲਾਹ ਤੁਹਾਡੀ ਪਹੁੰਚੇਗੀ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋ ਗਏ। ਦੇਖਦੇ ਰਹੋ ਜਸ ਪੰਜਾਬ। ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਤੇ ਗੈਰੀ ਸਿੰਘ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਬਹੁਤ ਵਧੀਆ ਗੱਲਾਂ, ਬਹੁਤ ਵਧੀਆ ਕੰਮਕਾਰ, ਇਹਨਾਂ ਦੀ ਸੋਚ ਜਿਹੜੀ ਹੈਗੀ ਖਾਸ ਤੌਰ 'ਤੇ ਮੈਂਟੀਕੇ ਵਾਸਤੇ, ਕਿਉਂਕਿ ਹਜੇ ਮੈਂਟੀਕੇ ਦੇ ਮੇਅਰ ਨੇ, ਆਉਣ ਵਾਲੇ ਹੋਰ 5-7-10 ਸਾਲਾਂ ਨੂੰ ਹੋ ਸਕਦਾ ਹੈ ਕੈਲੀਫੋਰਨੀਆ ਦੇ ਜਾਂ ਹੋਰ ਕਾਉਂਟੀ ਦੇ ਪੂਰੀ ਦੇ ਕੁਛ ਨਾ ਕੁਛ ਹੋਣ। ਤੇ ਇਹਨਾਂ ਨਾਲ ਗੱਲ ਚੱਲਦੀ ਸੀ ਹੋਮਲੈਸ ਬਾਰੇ, ਪਰ ਅਸੀਂ ਹੁਣ ਵਿਸ਼ਾ ਥੋੜ੍ਹਾ ਜਿਹਾ ਚੇਂਜ ਕਰਦੇ ਹਾਂ। ਗੈਰੀ ਭਾਜੀ, ਇਹ ਹੋਮਲੈਸ ਦੀ ਆਪਾਂ ਗੱਲ ਕੀਤੀ ਹੈ, ਤੁਹਾਡੇ ਬੜੇ ਵਧੀਆ ਵਿਚਾਰ, ਉਹਨਾਂ ਨੂੰ ਤੁਸੀਂ ਕਿਵੇਂ ਰੱਖੋਗੇ, ਕਿਵੇਂ ਚੰਗੀ ਗੱਲ ਹੈ। ਬਾਕੀ ਕਾਉਂਟਰੀਜ਼ ਵੀ ਜਿਹੜੀਆਂ ਮੇਰੇ ਖਿਆਲ ਇਸ ਤਰ੍ਹਾਂ, ਜਾਂ ਬਾਕੀ ਸ਼ਹਿਰ ਜਿਹੜੇ ਹੈਗੇ ਨੇ ਉਹ ਵੀ ਇਹਦੇ 'ਤੇ ਫਾਲੋ ਕਰ ਸਕਦੇ। ਅੱਛਾ, ਸਭ ਤੋਂ ਜ਼ਰੂਰੀ ਜਿਹੜੀ ਪ੍ਰਾਇਓਰਟੀ ਤੁਸੀਂ ਵੀ ਉਹੀ ਲਿਖੀ ਹੋਈ ਹੈ, ਪਹਿਲੀ ਪ੍ਰਾਇਓਰਟੀ ਜਿਹੜੀ ਤੁਹਾਡੀ ਸਭ ਤੋਂ ਵੱਡੀ ਹੈਗੀ ਪਬਲਿਕ ਸੇਫਟੀ। ਹਾਂਜੀ, ਪਬਲਿਕ ਸੇਫਟੀ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ, ਬੰਦੇ ਦੀ ਜਾਨ ਮਾਲ ਦਾ ਜਿਹੜਾ ਕੋਈ ਖਤਰਾ ਹੈ, ਕੋਈ ਚੋਰੀਆਂ ਚਕਾਰੀਆਂ ਹੁੰਦੀਆਂ, ਕੋਈ ਕਿਤੇ ਲੁੱਟ ਖੋਹ ਹੁੰਦੀ, ਸਾਰਾ ਕੁਝ ਆ ਜਾਂਦਾ। ਇਹਦੇ ਬਾਰੇ ਤੁਸੀਂ ਕੀ ਪਲੈਨਿੰਗ ਬਣਾਈ ਆ ਵੀ ਇਹ ਚੀਜ਼ਾਂ ਘੱਟੋ ਘੱਟ ਜਿੱਥੇ ਤੁਸੀਂ ਹੋ ਉਸ ਸ਼ਹਿਰ ਦੇ ਵਿੱਚੋਂ ਮਨਫੀ ਹੋਣ? ਬਿਲਕੁਲ ਜੀ। ਸੋ ਹਾਂਜੀ, ਜਿੱਦਾਂ ਤੁਸੀਂ ਗੱਲ ਕੀਤੀ, ਪਬਲਿਕ ਸੇਫਟੀ ਬੜਾ ਇੰਕੰਪਸਿੰਗ ਵਰਡ ਆ। ਹਾਂਜੀ, ਇਹਦੇ ਵਿੱਚ ਪੁਲਿਸ, ਫਾਇਰ, ਐਂਬੂਲੈਂਸ, ਡਿਫਰੈਂਟ ਸਰਵਿਸਿਜ਼, ਸਾਰਾ ਕੁਝ ਆ ਜਾਂਦਾ ਆ। ਸੋ ਪਹਿਲੀ ਗੱਲ ਤਾਂ ਤੁਹਾਨੂੰ ਆਪਾਂ ਪੁਲਿਸ ਦੀ ਗੱਲ ਕਰਦੇ ਹਾਂ। ਪਹਿਲਾ ਗੱਲ ਤਾਂ ਇਹ ਆ ਕਿ ਸਾਡਾ ਕਰੰਟਲੀ ਬਜਟ ਜਿਹੜਾ ਆਪਾਂ ਗੱਲ ਕੀਤੀ ਸੀ ਕਿ 66% ਪੁਲਿਸ ਐਂਡ ਫਾਇਰ ਦਾ ਹੈ ਨਾ। ਸੋ ਹੁਣ ਅਗਲੀ ਗੱਲ ਮੈਂ ਤੁਹਾਨੂੰ ਦੱਸੂਗਾ ਕਿ ਕਿੰਨੇ ਅਫਸਰਸ ਆ। ਸੋ ਟੋਟਲ ਅੱਜ ਪਾਪੂਲੇਸ਼ਨ ਮੰਟਿਕਾ ਦੀ 88,000 ਹੈ, 88,000 ਹੈ ਨਾ। ਉਹਦੇ 'ਚ ਸਾਡੇ ਕੋਲ ਇਸ ਵੇਲੇ ਅੱਜ 76 ਆਫਿਸਰਸ ਆ ਟੋਟਲ ਸਵਰਨ, ਜਿਹੜੇ ਸੜਕਾਂ 'ਤੇ ਆ ਜੀ, ਐਡਮਿਨਿਸਟ੍ਰੇਸ਼ਨ ਨਹੀਂ, ਜਿਹੜੇ ਪਿੱਛੇ ਆ। ਓਕੇ, ਸੋ ਨੋਰਮਲੀ ਆਪਣੇ ਇੱਥੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀ ਇਹ ਹੁੰਦੀ ਆ ਕਿ ਹਰੇਕ 1000 ਲੋਕਾਂ ਦੇ ਮਗਰ ਇੱਕ ਪੁਲਿਸ ਅਫਸਰ ਹੋਣਾ, ਸੋ 1 per 1000। ਤਾਂ ਟੈਕਨੀਕਲੀ ਆਪਣੇ ਕੋਲ 88 ਹੋਣੇ ਚਾਹੀਦੇ ਆ ਘੱਟੋ ਘੱਟ, ਜੇ ਕੋਸ਼ਿਸ਼ ਕਰੀਏ, ਜੇ ਆਪਾਂ ਸੇਫਟੀ ਪੂਰੀ ਚਾਹੁੰਦੇ ਆ ਜੀ। ਆਪਾਂ ਤੁਹਾਨੂੰ ਪਤਾ ਆਪਣੇ ਜਿਹੜੇ ਸਪੈਸ਼ਲੀ ਪੰਜਾਬੀ ਵੀ ਜਿਹੜੇ ਇੰਨੇ ਬਿਜ਼ਨਸਾਂ ਦੇ ਵਿੱਚ ਆ ਸਾਰੀ ਚੀਜ਼ਾਂ, ਸੋ ਜੇ ਪੁਲਿਸ ਨੇ ਪ੍ਰੋਐਕਟਿਵ ਹੋਣਾ ਆ ਕਿ ਸਿਰਫ ਇਹ ਨਹੀਂ ਕਿ ਜਦੋਂ ਕੋਈ ਪ੍ਰੋਬਲਮ ਹੋ ਜਾਂਦੀ ਉਦੋਂ ਹੀ ਆਉਂਦੇ ਆ, ਨਹੀਂ, ਐਕਟਿਵਲੀ ਪੈਟਰੋਲਿੰਗ ਕਰਦੇ, ਐਕਟਿਵਲੀ ਫਿਗਰ ਆਊਟ ਕਰਦੇ, ਰੈੱਡ ਲਾਈਟਸ ਰਨ ਕਰਦੇ, ਜੋ ਵੀ ਚੀਜ਼ਾਂ, ਉਹ ਚੀਜ਼ਾਂ ਨੂੰ ਆਪਾਂ ਨੂੰ ਪੁਲਿਸ ਵਧਾਉਣੀ ਪੈਣੀ ਆ ਜੀ। ਹੁਣ ਐਂਡ ਦਾ ਡੇ ਉਹ ਸਾਰੀ ਗੱਲ ਜਿਹੜੀ ਹੈ ਬਜਟ 'ਤੇ ਆ ਜਾਂਦੀ ਹੈ, ਰਾਈਟ, ਕਿ ਪੈਸੇ ਜਿਹੜੇ ਉਹ ਕਿੱਥੋਂ ਆਉਣੇ ਆ। ਸਾਰਾ ਜਿਹੜਾ ਮਰਜ਼ੀ ਤੁਸੀਂ ਕੈਂਡੀਡੇਟ ਨਾਲ ਗੱਲ ਕਰ ਲਓ, ਤੁਹਾਨੂੰ ਇਹੀ ਕਹੋਗੇ ਹਾਂਜੀ ਜੀ ਪੁਲਿਸ ਵਧਣੀ ਚਾਹੀਦੀ ਆ, ਆਪਾਂ ਹੋਰ ਹਾਇਰ ਕਰੂੰਗੇ, ਪਰ ਐਂਡ ਦਾ ਡੇ ਫਿਰ ਬਜਟ 'ਤੇ ਗੱਲ ਆ ਜਾਂਦੀ ਕਿ ਪੈਸੇ ਕਿੱਥੋਂ ਆਉਣੇ ਆ ਹਾਇਰ ਹੋਰ ਕਰਨ ਲਈ। ਬਿਕਾਜ਼ ਹਰੇਕ ਇੱਕ ਜੇ ਪੁਲਿਸ ਅਫਸਰ ਨੂੰ ਤੁਸੀਂ ਹਾਇਰ ਕਰਦੇ, ਇਹ ਵਨ ਟਾਈਮ ਮਨੀ ਤਾਂ ਹੈ ਨਹੀਂ ਗੀ, ਹਰੇਕ ਸਾਲ ਉਹਨਾਂ ਨੂੰ ਤਨਖਾਹ ਦੇਣੀ ਪੈਣੀ ਆ, ਹਰ ਮਹੀਨੇ, ਰਾਈਟ, ਹਰੇਕ ਮਹੀਨੇ, ਹਰੇਕ ਸਾਲ। ਉਹ ਹਮੇਸ਼ਾ ਉਹਨਾਂ ਨੂੰ ਗੱਡੀ ਵੀ ਚਾਹੀਦੀ, ਉਹਨਾਂ ਨੂੰ ਜਿਹੜਾ ਸਾਰਾ ਉਹਨਾਂ ਦਾ ਯੂਨੀਫਾਰਮ ਸਾਰਾ ਕੁਛ ਚਾਹੀਦਾ, ਰਾਈਟ। ਸੋ ਉਹ ਬੇਸ 'ਤੇ ਸੋਚਿਆ ਹੋਏ, ਸੋ ਇਨਕਮ 'ਤੇ ਗੱਲ ਆ ਜਾਂਦੀ ਆ। ਸੋ ਪਹਿਲੀ ਚੀਜ਼ ਤਾਂ ਮੇਰੀ ਇਹ ਸੋਚ ਆ ਕਿ ਇੱਕ ਇਸ਼ੂ ਹੈ ਜਿਹੜਾ ਸਾਡੇ ਹੈਗਾ ਆ ਕਿ ਪ੍ਰੋਪਰਟੀ ਟੈਕਸ ਦਾ। ਕਰੰਟਲੀ ਸਾਡਾ ਪ੍ਰੋਪਰਟੀ ਟੈਕਸ ਜਿਹੜਾ ਆ ਉਹ ਇੱਕ 80-20 ਸਪਲਿਟ 'ਤੇ ਆ ਸੈਨ ਵਾਕਿੰਗ ਕਾਉਂਟੀ ਦੇ ਨਾਲ। ਸੋ ਜਿੰਨੇ ਵੀ ਘਰ ਬਣਦੇ ਆ ਮੰਟਿਕਾ ਸ਼ਹਿਰ ਦੇ ਵਿੱਚ, ਜਿਹੜਾ ਪ੍ਰੋਪਰਟੀ ਟੈਕਸ ਦਿੰਦੇ ਆ ਲੋਕ, ਉਹ 'ਚੋਂ 80% ਜਿਹੜਾ ਉਹ ਕਾਉਂਟੀ ਨੂੰ ਪੈਸੇ ਚੱਲ ਜਾਂਦੇ ਆ, ਤਾਂ ਸਿਰਫ 20% ਰਹਿ ਜਾਂਦਾ ਆ। ਸ਼ਹਿਰ ਕੋਲੇ 20% ਰਹਿ ਗਿਆ ਬਸ, ਸ਼ਹਿਰ ਤੋਂ ਸਿਰਫ 20% ਰਹਿ ਗਿਆ। ਸੋ ਸਾਰੀ ਕਾਉਂਟੀ ਦਾ ਅਲੱਗ-ਅਲੱਗ ਹੁੰਦਾ ਜੀ। ਸੈਨ ਵਾਕਿਨ ਦੇ ਵਿੱਚ ਅਨਫੋਰਚੂਨਟਲੀ ਕੀ ਹੋਇਆ ਕਿ ਬੈਕ ਜਦੋਂ ਮੇਰੇ ਟਾਈਮ, ਆਪਣੇ ਟਾਈਮ ਤੋਂ ਪਹਿਲੋਂ
ਟ੍ਰੇਸੀ ਮੰਟੀਕਾ ਲੈਥਰੋਪੇੜਾ ਸਾਊਥ ਕਾਉਂਟੀ ਦੇ ਸ਼ਹਿਰ ਸੀ, ਇੱਥੇ ਕੁਛ ਨਹੀਂ ਹੁੰਦਾ ਸੀ ਜੀ। ਸੋ ਉਦੋਂ ਇਹਨਾਂ ਨੇ ਕਾਉਂਟੀ ਦੇ ਨਾਲ ਡੀਲ ਕੀਤੀ ਕਿ ਸਾਡੇ ਇੱਥੇ ਡਿਵੈਲਪਮੈਂਟ ਲੈ ਕੇ ਆਓ, ਸਾਡੇ ਕੁਛ ਕਰਾਓ, ਤਾਂ ਤੁਸੀਂ ਹੈ ਨਾ ਉਹਦੇ ਨਾਲ ਅਸੀਂ ਤੁਹਾਡੇ ਨਾਲ ਅਗਰੀਮੈਂਟ ਕਰਦੇ ਹਾਂ ਕਿ ਜਿਹੜੀ ਟੈਕਸ ਸ਼ੇਅਰਿੰਗ ਅਗਰੀਮੈਂਟ ਕਰੋਗੇ ਜਿਸ 'ਚੋਂ 80% ਜਿਹੜਾ ਆ ਉਹ ਟੈਕਸ ਜਾਊਗਾ ਕਾਉਂਟੀ ਨੂੰ ਬਿਕਾਜ਼ ਉਹ ਹੈਲਪ ਕਰ ਰਿਹਾ ਤੇ 20% ਜਾਊਗਾ। ਹੁਣ ਫਾਸਟ ਫੋਰਵਰਡ ਟੂ ਮਾਡਰਨ ਟਾਈਮ, ਇਸ ਵੇਲੇ ਸਾਰੀ ਡਿਵੈਲਪਮੈਂਟ ਇਸ ਕਾਉਂਟੀ ਦੇ ਵਿੱਚ ਸਾਰੀ ਇਹ 3 ਸ਼ਹਿਰਾਂ 'ਚ ਹੋ ਰਹੀ ਆ। ਹੁਣ ਤੁਹਾਨੂੰ ਉਹ ਲੋੜ ਨਹੀਂ ਹੈਗੀ, ਉਹ ਜਿਹੜਾ ਇਹ ਸਪਲਿਟ ਆ। ਸੋ ਹੁਣ ਸਾਡਾ ਇੱਕ ਇਹੀ ਫੋਕਸ ਹੋਣਾ ਅਗਲੇ ਸਾਲ ਕਿ ਅਸੀਂ ਜਾ ਕੇ ਕਾਉਂਟੀ ਦੇ ਨਾਲ ਗੱਲਬਾਤ ਲੜਨ ਤੱਕ ਵੀ ਪਹੁੰਚੂਗੇ ਕਿ ਬੇਸਿਕਲੀ ਜਿਹੜਾ ਇਹ ਅਗਰੀਮੈਂਟ ਇਹਨੂੰ ਸ਼ਿਫਟ ਕਰੋ, ਚੇਂਜ ਕਰਾਓ ਬਿਕਾਜ਼ ਮੰਟੀਕਾ ਸ਼ਹਿਰ ਸਪੈਸ਼ਲੀ ਕਾਉਂਟੀ ਸਾਨੂੰ ਕੀ ਦੇ ਰਹੀ ਹੈ 80% ਦੇ ਵਿੱਚ। ਅਸੀਂ ਆਪਣੀ ਪੁਲਿਸ ਫੋਰਸ ਹੈ, ਆਪਣੀ ਫਾਇਰ ਫੋਰਸ ਹੈ, ਆਪਣਾ ਸਾਰਾ ਕੁਛ ਜਿਹੜੇ ਗਾਰਬੇਜ ਸਰਵਿਸ ਸਾਰਾ ਕੁਛ ਉਹ ਸਾਡੀਆਂ ਲੋਕਲੀ ਸਾਡੀਆਂ ਆ। ਸੋ ਹੁਣ ਸਟੈਨਿਸਲਾਸ ਕਾਉਂਟੀ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਅੱਗੇ, ਉੱਥੇ 50-50 ਸਪਲਿਟ ਆ। ਅੱਛਾ, ਉੱਥੇ ਸਾਡੇ ਵਾਲੀ ਜਿਹੜੀ ਜਿੱਥੇ ਰਹਿੰਦੇ ਆ, ਹਾਂ ਉੱਥੇ 50-50 ਹੈ ਤੇ ਇੱਥੇ 80-20 ਕਿੰਨਾ ਫਰਕ। ਤੁਸੀਂ ਦੇਖੋ ਕਿ ਕਿੰਨੇ ਪੈਸੇ ਸ਼ਹਿਰ ਨੂੰ ਜਿਹੜੇ ਮਿਲੇ ਹੋਣੇ ਚਾਹੀਦੇ ਇੰਨੇ ਸਾਲਾਂ ਜਿਹੜੇ ਮਿਲੇ ਨਹੀਂ। ਸੋ ਇੱਕ ਤਾਂ ਇਹ ਹੈ ਕਿ ਉਹਨਾਂ ਆਪਣਾ ਬਜਟ ਇਨਕਰੀਜ਼ ਇੱਦਾਂ ਹੋਊਗਾ। ਦੂਸਰੀ ਗੱਲ ਇੱਕ ਇਹ ਆ, ਹੋਰ ਆਪਾਂ ਪੈਸੇ ਕਿੱਦਾਂ ਕਰ ਸਕਦੇ ਹਾਂ ਕਿ ਪੁਲਿਸ ਹਾਇਰ ਕਰਨ ਲਈ। ਇੱਕ ਆਪਸ਼ਨ ਇਹ ਹੋਈ ਆ ਕਿ ਕਰੰਟਲੀ ਸਾਡਾ ਜਿਹੜਾ ਸੇਲ ਟੈਕਸ ਆ ਸ਼ਹਿਰ ਦਾ ਉਹ 8.25% ਆ। ਐਕਚੁਅਲੀ ਇਟਸ ਵਨ ਆਫ ਦ ਲੋਐਸਟ ਇਨ ਦ ਕਾਉਂਟੀ। ਤਾਂ ਉਹਨੂੰ ਕਰੰਟਲੀ ਉਹ 8.25 ਚੋਂ 0.5% ਹੈਗਾ ਆ ਜਿਹੜਾ ਸਟ੍ਰਿਕਟਲੀ ਉਹਨੂੰ ਮੈਜਰ M ਕਹਿੰਦੇ ਆ, ਉਹ ਸਟ੍ਰਿਕਟਲੀ ਪੁਲਿਸ ਦਾ ਫਾਇਰ ਲਈ ਆ। ਅੱਛਾ, ਉਹ 0.5% ਜਿਹੜਾ ਇਕੱਠਾ ਹੁੰਦਾ ਪੈਸਾ ਉਹਦੇ ਕਰੰਟਲੀ ਅੱਜ ਅਸੀਂ 18 ਪੁਲਿਸ ਅਫਸਰ ਤੇ 18 ਫਾਇਰ ਫਾਈਟਰ ਹਾਇਰ ਕੀਤੇ ਹੋਏ ਆ। ਸੋ ਤੁਸੀਂ ਇਮੈਜਿਨ ਕਰੋ ਜਿਹੜੇ 0.5% ਦੇ ਨਾਲ ਇੰਨਾ ਫਰਕ ਪੈ ਗਿਆ ਸਾਰਾ ਟੈਕਸ ਕੈਪਚਰ ਕਰਕੇ। ਇਮੈਜਿਨ ਕਰੋ ਕਿ ਜੇ ਸਾਡੇ ਕੋਲ ਮੈਜਰ M ਨਾ ਹੁੰਦਾ ਇਸ ਵੇਲੇ ਤਾਂ 0.5% ਨਾ ਹੁੰਦਾ, ਜਿਹੜੇ ਤੁਹਾਨੂੰ 76 ਦਾ ਸਹੀ 18 ਹੋਰ ਘਟਾ ਲਓ, ਇੰਨੇ ਹੋਣੇ ਸੀ ਹਲੇ ਸਿਰ ਪੁਲਿਸ ਅਫਸਰ। ਠੀਕ ਹੈ। ਸੋ ਮੇਰਾ ਇੱਕ ਇਹ ਗੋਲ ਆ ਕਿ ਦੇਖੋ ਆਲਰੇਡੀ ਹੈਲਪ ਕਰ ਰਿਹਾ, ਉਹ ਸਾਰੇ ਪੈਸੇ ਪਬਲਿਕ ਸੇਫਟੀ ਨੂੰ ਜਾ ਰਹੇ ਆ। ਉਹ ਟੈਕਸ ਅਸੀਂ 2 ਸਾਲਾਂ ਨੂੰ ਮੁੱਦਾ ਲੈ ਕੇ ਆਈਏ ਕਿ ਉਹ ਟੈਕਸ ਜਿਹੜਾ ਆ 0.5 ਤੋਂ 0.75 ਓਨਲੀ 0.25 ਹੋਰ ਵਧਾ ਲਈਏ। ਸੋ 8.25 ਤੋਂ 8.5 ਹੋ ਜਾਊਗਾ ਟੋਟਲ। ਤਾਂ ਉਹ 8.5 ਦੇ ਨਾਲ ਅਸੀਂ 9 ਹੋਰ ਪੁਲਿਸ ਅਫਸਰ ਤੇ 9 ਹੋਰ ਫਾਇਰ ਫਾਈਟਰ ਹਾਇਰ ਕਰ ਲੂੰਗੇ। ਤੇ ਇਹਦੇ ਨਾਲ ਉਹ ਜਿਹੜਾ ਆਪਾਂ ਗੋਲ ਆ ਆਪਣਾ ਕਿ 1/1000 ਤੱਕ ਪਹੁੰਚਣਾ ਆ, ਉਹ ਐਕਚੁਅਲੀ ਹੋ ਸਕਦਾ ਆ। ਸਿਰਫ ਇਹ ਨਹੀਂ ਗੱਲਾਂ ਬਾਤਾਂ ਕਰਨੀਆਂ, ਕੋਸ਼ਿਸ਼ ਕਰਨੀ ਪਏਗੀ। ਬਿਲਕੁਲ, ਤੁਸੀਂ ਕੋਸ਼ਿਸ਼ ਕਰ ਰਹੇ ਹੋ, ਕੋਸ਼ਿਸ਼ ਪੂਰੀ ਜਾਰੀ ਆ। ਮਤਲਬ ਕਿ ਜਿਹਨੂੰ ਕਹਿੰਦੇ ਸੀ ਆਡਾ ਲੈਣਾ, ਆਡਾ ਵੀ ਲੈ ਲੈਣੇ ਕਾਉਂਟੀ ਦੇ ਨਾਲ। ਉਹ ਤਾਂ ਪੂਰਾ ਇੱਕ ਪਾਸੇ ਉਹ ਚੱਲਣੀ ਆ ਦੌੜ ਸਾਡੀ ਤੇ ਇੱਕ ਪਾਸੇ ਇਧਰੋਂ। ਇੱਕ ਕਾਲ ਲੈ ਲੈਣੇ ਜੀ ਆਪਾਂ, ਕਿਉਂਕਿ ਗੱਲਾਂ ਬਹੁਤ ਨੇ ਹਜੇ ਜੌਬਸ ਦੀ ਗੱਲ ਕਰਨੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਦਰ ਸਾਹਿਬ। ਹਾਂਜੀ ਸਾਹਿਬ ਜੀ ਤੇ ਆਪ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਓਕਲਾਹੋਮਾ ਸਟੇਟ ਤੋਂ ਬੋਲਦਾ ਜੀ। ਜਲਸਾ ਸ਼ਹਿਰ ਹੈ, ਓਕਲਾਹੋਮਾ ਸਟੇਟ ਦਾ ਨੰਬਰ 2 ਸ਼ਹਿਰ ਹੈ ਜੀ। ਤੇ ਇੱਥੇ ਡੇ ਸੈਂਟਰ ਵਿੱਚ ਮੈਡੀਕਲ ਸਹੂਲਤ ਹੈਗੀ ਹੈ, ਸੌਣ ਦੀ ਹੈ, 3 ਵੇਲੇ ਖਾਣਾ ਮਿਲਦਾ ਹੈ, ਬਾਥਰੂਮ, ਟਾਇਲਟ, ਸਿਕਿਉਰਿਟੀ 24 ਆਵਰਸ ਮੇਨ ਗੇਟ ਤੇ ਰਹਿੰਦੀ ਹੈ, 3-4 ਬੰਦੇ। ਅੱਛਾ ਜੀ। ਕੇਸ ਵਰਕਰ ਸਪੈਸ਼ਲੀ ਹੈਗਾ, ਕੇਸ ਵਰਕਰ ਉੱਥੇ 5-6 ਆ ਜਿਹੜੇ ਕਿ ਸਾਰੇ ਹੱਲ ਕਰਦੇ ਆ। ਜੇ ਆਪ ਨੂੰ ਹਾਊਸਿੰਗ ਚਾਹੀਦੀ ਹੈ ਉਹਦੇ ਲਈ ਹੱਲ ਕਰਦੇ ਆ, ਜੇ ਆਪ ਨੂੰ ਸੈਕਸ਼ਨ 8 ਚਾਹੀਦਾ ਡਿਸੇਬਿਲਟੀ ਦੋਣ ਚ ਬਹੁਤ ਹੈਲਪ ਕਰਦੇ ਆ। ਸਾਰੀ ਕਾਰਵਾਈ ਪੇਪਰ ਵਰਕ ਉਹ ਕਰਦੇ ਆ। ਮੈਡੀਕਲ ਸਹੂਲਤ ਵਿੱਚ ਹੀ ਆ ਸਾਰੀ, ਸਪੈਸ਼ਲਿਸਟ ਦੇ ਜਾਣਾ ਆਣਾ ਕਰਨਾ, ਉਹਨਾਂ ਨੂੰ ਬੱਸ ਤੇ ਉੱਤੇ ਜਾਣ ਲਈ ਟੋਕਨ ਦੇਣਾ, ਸਾਰਾ ਕੁਝ ਉਹ ਕਰਦੇ ਆ। ਹਾਂ, ਥੋੜਾ ਲੰਬਾ ਆ ਉਹਨਾਂ ਦਾ ਪ੍ਰੋਸੈਸ ਤੇ ਪਰ ਕੇ ਮੋੜ ਕੇ ਬੰਦੇ ਨੂੰ ਖੜਾ ਕਰ ਦਿੰਦੇ ਆ। ਆਈ ਵਾਜ਼ ਹੋਮਲੈਸ 9 ਮੰਥ। ਅੱਛਾ। ਮੈਂ ਉਸੇ ਸੈਂਟਰ ਦੇ ਵਿੱਚ ਰੁਕਿਆ। ਮਤਲਬ ਬੁਰਾ ਵਕਤ ਹੁੰਦਾ ਹੈ, ਲੋਕ ਨਹੀਂ ਬੁਰੇ ਹੁੰਦੇ। ਹਾਂਜੀ, ਬਿਲਕੁਲ। ਸਾਰੇ ਹੋਮਲੈਸ ਮਾੜੇ ਨਹੀਂ ਹੁੰਦੇ। ਮੈਂ ਵੀ 9 ਮਹੀਨੇ ਰਿਹਾ, ਮੇਰਾ ਬਹੁਤ ਵੱਡਾ ਤਜਰਬਾ ਹੈ, ਮੈਂ ਹਰੇਕ ਬੰਦਿਆਂ ਨੂੰ ਜਾਣਦਾ ਜੀ। ਤੇ ਸੰਦਰ ਸਾਹਿਬ, ਪੰਜਾਬੀ ਵੀ ਹੈਗੇ ਆਪਣੇ ਕੋਲ, ਪੰਜਾਬੀ ਅਹੁਦਿਆਂ ਤੇ ਤੁਹਾਡੇ ਏਰੀਏ 'ਚ? ਨਹੀਂ, ਆਈ ਵਾਜ਼ ਓਨਲੀ 1। ਨਾ ਕਦੀ ਉੱਥੇ ਪੰਜਾਬੀ ਕਹਿੰਦੇ ਆਇਆ, ਨਾ ਕਦੀ ਗਿਆ, ਸਿਰਫ ਆਈ ਵਾਜ਼ ਦਾ ਫਸਟ ਪਰਸਨ। ਸੋ ਵਕਤ ਕਈ ਵਾਰੀ ਬੁਰਾ ਹੁੰਦਾ, ਇਨਸਾਨ ਤੇ ਆ ਜਾਂਦਾ। ਤੇ ਇਹਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਅਕਲ ਨਹੀਂ ਆ ਜਾਂ ਬੰਦਾ ਬੇਵਕੂਫ ਹੈ ਜਾਂ ਕੁਛ ਆ, ਉਹ ਕੋਈ ਚੀਜ਼ ਹੋ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇਨਸਾਨ ਤਾਂ ਹੈ ਨਾ ਜੀ। ਚਲੋ, ਬਹੁਤ ਮਿਹਰਬਾਨੀ ਸੰਦਰ ਸਾਹਿਬ, ਆਪਣੇ ਤਜਰਬਾ ਸਾਂਝਾ ਕਰਨ ਲਈ। ਸੰਜੀਵ, ਬਹੁਤ ਵਧੀਆ ਗੱਲ ਕੀਤੀ ਉਹਨੇ। ਆਪ ਦਾ ਨਹੀਂ, ਜਿਹੜੀ ਗੱਲ ਕਰ ਰਹੇ ਉਹੀ ਆਪਾਂ ਗੱਲ ਕਰ ਰਹੇ ਸੀ ਕਿ ਦੇਖੋ ਕਿ ਨੈਵੀਗੇਸ਼ਨ ਸੈਂਟਰ ਜਿਹੜਾ ਉਹ ਕਹਿ ਰਿਹਾ ਆ, ਐਗਜ਼ੈਕਟਲੀ ਜੋ ਉਹਨਾਂ ਨੇ ਐਕਸਪਲੇਨ ਕੀਤਾ ਉਹੀ ਆਪਾਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਮੰਟੀਕਾ 'ਚ। ਬਿਕਾਜ਼ ਉਹ ਇਕੱਲਾ ਇਹ ਨਹੀਂ ਕਿ ਆ ਜਾਓ ਅੰਦਰ ਸੌਂ ਲਓ, ਨਹੀਂ, ਸਾਰੀਆਂ ਸਹੂਲਤਾਂ ਉੱਥੇ ਹੋਣੀਆਂ ਕਿ ਜਿਹੜਾ ਤੁਹਾਨੂੰ ਇੱਕ ਕਿਸਮ ਦਾ
ਜਿੱਦਾਂ ਦੇ ਤੁਸੀਂ ਅੰਦਰ ਬੜੇ ਸੀ ਉਹ ਤੋਂ ਵਧੀਆ ਇਨਸਾਨ ਬਣਾ ਕੇ ਕੱਢੂਗੇ ਬਾਹਰ। ਕੀ ਬਾਤ ਹੈ। ਨਾਲ ਮਤਲਬ ਉਹਦੀ ਕਾਉਂਸਲਿੰਗ ਵੀ ਹੋਏਗੀ ਉਹਨਾਂ ਦੀ। ਕਾਉਂਸਲਿੰਗ ਹੋਊਗੀ, ਜੇ ਉਹਨਾਂ ਨੂੰ ਡਰੱਗ ਦੀ ਇਸ਼ੂ ਆ, ਮੈਂਟਲ ਦੀ ਇਸ਼ੂ ਆ, ਪਲੱਸ ਜੇ ਉਹਨਾਂ ਨੂੰ ਜੌਬ ਦੀ ਹੈਲਪ ਲੋੜ ਆ, ਗਾਂ ਸਾਡੀ ਕੋਸ਼ਿਸ਼ ਇਹ ਹੋਣੀ ਆ ਕਿ ਜਿਹੜੇ ਉਹ ਸੈਂਟਰ 'ਚ ਰਹਿੰਦੇ ਆ ਉਹਨਾਂ ਨਾਲ ਕੰਟੈਕਟ ਅਸੀਂ ਬਣਾਉਂਗੇ। ਬਾਕੀ ਜਿਹੜੀਆਂ ਕੰਪਨੀਆਂ ਜੌਬ ਵਾਲੀਆਂ ਆ ਉਹਨਾਂ ਕਿ ਇਹ ਸਾਡੇ ਬੰਦੇ ਆ, ਇਹਨਾਂ ਨੂੰ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਲੈਂਦੇ ਆ ਤੇ ਇਹਨਾਂ ਨੂੰ ਤੁਸੀਂ ਨੌਕਰੀ ਦਿਓ। ਸੋ ਇਹ ਵੀ ਇੱਕ ਆਪਣੇ ਕੋਲ ਆਪਸ਼ਨ ਹੋ ਜਾਣਾ ਆ ਕਿ ਨੌਕਰੀਆਂ ਵੀ ਲਵਾਉਂਗੇ ਗਾਂ ਲੋਕਾਂ ਨੂੰ, ਤਾਂ ਪਲੱਸ ਉੱਥੇ ਹਾਊਸਿੰਗ ਮਿਲੂਗੀ ਉਹਨਾਂ ਨੂੰ। ਬਿਕਾਜ਼ ਉਹੀ ਗੱਲ ਆ ਕਿ ਆਪਾਂ ਨੂੰ ਥੋੜ੍ਹਾ ਜਿਹਾ ਇਕੱਲਾ ਹੈਂਡ ਆਊਟ ਜਿੱਦਾਂ ਕਹਿੰਦੇ ਕਿ ਨਾ ਉਹਨਾਂ ਨੂੰ ਜੇ ਖਿਲਾਉਣਾ ਪਿਲਾਉਣਾ ਨਹੀਂ ਹੈਗਾ, ਉਹਨਾਂ ਨੂੰ ਇਨਸਾਨ ਬਣਾਉਣਾ ਇਸ ਬੇਸ ਤੇ ਕਿ ਉਹ ਆਪਣੇ ਆਪ ਤੇ ਹੈ ਨਾ ਖੜੇ ਹੋ ਸਕਣ ਆਪਣੇ ਆਪ ਪੈਰਾਂ ਤੇ। ਬਹੁਤ ਵੱਡੀ ਗੱਲ ਹੈ ਜੀ। ਹਾਂਜੀ ਹਾਂ, ਦੂਜੀ ਗੱਲ ਫਿਰ ਇਹ ਆ ਜਾਂਦੀ ਹੈ ਵੀ ਜਿਹੜੇ ਕਰਨਾ ਚਾਹਣ, ਹੁਣ ਕਈ ਜਿਹੜੇ ਹੈਗੇ ਨੇ ਇਹ ਤਾਂ ਹੁਣ ਜਿਵੇਂ ਸੁੰਦਰ ਸਾਹਿਬ ਨੇ ਦੱਸਿਆ ਵਾਪਸ ਆ ਗਏ, ਪੈਰਾਂ ਤੇ ਖੜੇ ਹੋ ਗਏ, ਤੇ ਕਈ ਜਿਹੜੇ ਹੋਰ ਮੁਲਕਾਂ ਦੇ ਨੇ ਕੁਛ ਹੈਗੇ ਨੇ ਉਹ ਜਾ ਕੇ ਰਾਜੀ ਨਹੀਂ ਹੋ, ਸੁਧਰ ਕੇ ਰਾਜੀ ਨਹੀਂ, ਉਹ ਕਹਿੰਦੇ ਇੱਦਾਂ ਠੀਕ ਹੈ, ਉਹਨਾਂ ਨੂੰ ਔਖਾ ਨਾ ਉਹਨਾਂ ਵਾਸਤੇ। ਪਰ ਉਹੀ ਗੱਲ ਹੈ ਨਾ, ਉੱਥੇ ਫਿਰ ਆਪਾਂ ਜਿਹੜਾ ਉਹ ਸੈਕੰਡ ਪਾਰਟ ਮੈਂ ਤੁਹਾਨੂੰ ਦੱਸਿਆ ਸੀ ਉਹ ਆ ਜਾਂਦਾ ਕਿ ਫਿਰ ਪੁਲਿਸ ਵਾਲਾ ਤੁਹਾਨੂੰ ਵੀ ਉਹੀ ਆਪਸ਼ਨ ਦਿੰਦਾ ਆ ਹੁਣ ਕਿ ਜਾਂ ਤਾਂ ਉਹ ਸੈਂਟਰ 'ਚ ਆ ਜਾਓ ਜਿੱਥੇ ਬੈੱਡ ਹੈਗਾ ਸੌਣ ਲਈ, ਜਾਂ ਫਿਰ ਜਾਂ ਇਹ ਸ਼ਹਿਰ 'ਚ ਚੱਲ ਜਾਓ ਜੇ ਤੁਹਾਨੂੰ ਪਸੰਦ ਨਹੀਂ ਹੈਗਾ, ਜਾਂ ਫਿਰ ਹੁਣ ਤੁਹਾਨੂੰ ਸਾਈਟਡ ਕਰੂੰਗੇ, ਅਰੈਸਟ ਕਰੂੰਗੇ। ਕਿੰਨੀ ਕੁ ਵਾਰੀ ਤੁਸੀਂ ਹੋਵੋਗੇ, ਇਵੈਂਚੁਅਲੀ ਹੋਪਫੁਲੀ ਦਿਮਾਗ 'ਚ ਆ ਜਾਊਗਾ ਕਿ ਮੈਂ ਆਪਣੀ ਲਾਈਫ ਜਿਹੜੀ ਹੁਣ ਚੇਂਜ ਕਰਾਂ। ਇਹ ਫਿਰ ਥੋੜਾ ਜਿਹਾ ਸਖਤੀ ਨਾਲ ਕਰਨਾ ਪਏਗਾ ਸ਼ੈਲਟਰ ਬਣਨ ਤੋਂ ਬਾਅਦ। ਬਿਲਕੁਲ। ਤੇ ਫਿਰ ਉਹਨਾਂ ਨੂੰ ਕਹੋ ਭਾਈ ਉਸ ਸ਼ਹਿਰ ਚੱਲ ਜਾਓ ਜਿੱਥੇ ਕੋਈ ਨਹੀਂ ਪੁੱਛਦੇ। ਬਹੁਤ ਸਾਰੇ ਸ਼ਹਿਰ ਹੈਗੇ ਨੇ ਜਿੱਥੇ ਪ੍ਰੋਵਾਈਡ ਨਹੀਂ ਕਰਦੇ ਹੋ। ਬਿਲਕੁਲ। ਤੇ ਚਲੋ ਅਸੀਂ ਇੱਕ ਬ੍ਰੇਕ ਸਾਨੂੰ ਹੋਰ ਲੈਣੀ ਪਏਗੀ ਜੀ। ਬ੍ਰੇਕ ਇੱਕੋ ਹੀ ਆ ਲਾਸਟ, ਉਸ ਤੋਂ ਬਾਅਦ ਗੱਲਾਂ ਹਜੇ ਆਪਣੇ ਕੋਲ ਬਹੁਤ ਆ, ਜੌਬਸ ਦੀ ਗੱਲ ਕਰਨੀ ਸੀ, ਹੋਰ ਵੀ ਕਾਫੀ ਗੱਲਾਂ ਨੇ। ਤੇ ਸਾਡੇ ਦਰਸ਼ਕ ਜਿਹੜੇ ਇਸ ਤਰ੍ਹਾਂ ਜੁੜੇ ਰਹੋ ਜੀ ਜਸ ਪੰਜਾਬੀ ਦੇ ਨਾਲ। ਗੈਰੀ ਸਿੰਘ ਜੀ ਸਾਡੇ ਨਾਲ ਹੈਗੇ ਨੇ, ਕੋਈ ਸਲਾਹ ਮਸ਼ਵਰਾ ਦੇਣਾ ਚਾਹੁੰਦੇ ਹੋ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਜ਼ਰੂਰ ਕਾਲ ਕਰ ਸਕਦੇ ਹੋ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਪ੍ਰੋਗਰਾਮ ਦਾ ਆਖਰੀ ਹਿੱਸਾ ਜੀ, ਹੋਰ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੈਰੀ ਸਿੰਘ ਜੀ ਮੇਅਰ ਵਾਸਤੇ ਖੜੇ ਨੇ ਮੰਟੀਕਾ ਤੋਂ, ਬਹੁਤ ਵਧੀਆ ਉਹਨਾਂ ਨੇ ਗੱਲਾਂ ਦੱਸੀਆਂ, ਕੀ ਉਹਨਾਂ ਦੇ ਪਲਾਨ ਨੇ ਉਹ ਦੱਸੇ ਨੇ। ਹੁਣ ਗੱਲ ਕਰਦੇ ਹਾਂ ਨੌਕਰੀਆਂ ਦੀ ਜੀ। ਸਰ ਗੈਰੀ ਸਿੰਘ ਜੀ, ਇੱਕ ਸਭ ਤੋਂ ਜ਼ਰੂਰੀ ਕੰਮ ਆ ਵੀ ਬੰਦਾ ਜਿਸ ਸ਼ਹਿਰ 'ਚ ਰਹਿੰਦਾ ਉਹਨੂੰ ਕੋਸ਼ਿਸ਼ ਇਹ ਹੁੰਦੀ ਮੈਨੂੰ ਕੰਮ ਕਰ ਉੱਥੇ ਹੀ ਮਿਲੇ। ਅੱਜ ਤੁਸੀਂ ਕੰਮ ਬਹੁਤ ਵਧੀਆ ਕੀਤਾ, ਮੇਰੇ ਖਿਆਲ ਸੈਂਕੜੇ ਨਹੀਂ ਹਜ਼ਾਰਾਂ ਇਹ 'ਚ ਇੰਪਲਾਈ ਲੱਗੇ ਹੋਣੇ ਆ। ਗ੍ਰੇਟ ਵਾਲ ਫਲੋਰ ਜਿਹੜੀ ਹਾਂਜੀ ਹਜ਼ਾਰਾਂ ਤੋਂ ਵੀ ਉੱਪਰ ਇੰਪਲਾਈ ਹੋਣਗੇ। ਤੇ ਹੋਰ ਜੌਬਾਂ ਕ੍ਰੀਏਟ ਕਰਨ ਵਾਸਤੇ ਕਿਹੜਾ ਖਾਸ ਕੰਮ ਤੁਸੀਂ ਆਉਣ ਵਾਲੇ ਸਮੇਂ 'ਚ ਕਰ ਰਹੇ ਹੋ? ਬਿਲਕੁਲ ਜੀ। ਸੋ ਇੱਕ ਆਪਣੀ ਕੋਸ਼ਿਸ਼ ਹੁਣ ਇਹੀ ਚੱਲਣੀ ਹੈ ਕਿ ਥੋੜ੍ਹਾ ਜਿਹਾ ਤੁਸੀਂ ਦੇਖੋ ਕਿ ਘਰ ਬਹੁਤ ਬਣ ਰਿਹਾ ਮੰਟੀਕਾ ਸ਼ਹਿਰ 'ਚ ਜੀ। ਸੋ ਮੇਰੀ ਕੋਸ਼ਿਸ਼ ਥੋੜ੍ਹੀ ਹੋਣੀ ਹੈ ਐਕਚੁਅਲੀ ਜਿਹੜਾ ਮੰਟੀਕਾ 'ਚ ਘਰਾਂ ਦੀ ਜਿਹੜੀ ਹੈ ਨਾ ਦੌੜ ਆ ਉਹ ਥੋੜ੍ਹੀ ਆਪਾਂ ਸਲੋ ਡਾਊਨ ਕਰੀਏ, ਤਾਂ ਹੁਣ ਕਮਰਸ਼ੀਅਲ ਡਿਵੈਲਪਮੈਂਟ, ਇੰਡਸਟਰੀਅਲ ਡਿਵੈਲਪਮੈਂਟ ਵਧਾਈਏ ਜੀ। ਉਹਨਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਲੋਕਾਂ ਨੂੰ ਜੌਬਾਂ ਮਿਲੂਗੀਆਂ ਲੋਕਲੀ, ਲੋਕਾਂ ਨੂੰ ਆਲਸੋ ਮੇਰੀ ਇੱਕ ਇਹ ਵੀ ਸੋਚ ਹੈ ਕਿ ਦੇਖੋ ਆਪਾਂ ਇੰਨੇ ਘਰ ਬਣਾ ਲਏ, ਲੋਕ ਉੱਥੇ ਰਹਿੰਦੇ ਆ, ਪਰ ਜੇ ਸਿਰਫ ਰਹਿੰਦੇ ਹੀ ਆ ਉੱਥੇ ਜਾਂ ਸੌਣ ਹੀ ਆਉਂਦੇ ਆ ਤਾਂ ਆਪਣੇ ਜਿਹੜੇ ਪੈਸੇ ਆ ਹੋਰ ਸ਼ਹਿਰਾਂ 'ਚ ਸਪੈਂਡ ਕਰਦੇ ਆ, ਤਾਂ ਉਹ ਫਿਰ ਸੇਲ ਟੈਕਸ ਰੈਵਨਿਊ ਜਿਹੜਾ ਉਹ ਤਾਂ ਸ਼ਹਿਰ ਨੂੰ ਆ ਰਿਹਾ ਨਹੀਂ ਜੀ। ਸੋ ਹੁਣ ਆਪਾਂ ਉਹ ਚੀਜ਼ਾਂ ਕਿੱਦਾਂ ਲੈ ਕੇ ਆਉਣੀਆਂ ਹੋਰ ਜਿਹੜੀਆਂ ਉਹ ਸ਼ਹਿਰ ਨੂੰ ਲੋਕ ਜਿਹੜੇ ਆ ਉਹ ਵਰਤ ਸਕਣ, ਉੱਥੇ ਆਪਣੇ ਪੈਸੇ ਸਪੈਂਡ ਕਰ ਸਕਣ, ਉੱਥੇ ਕੰਮ ਕਰ ਸਕਣ। ਸੋ ਇੱਕ ਬਿਗੇਸਟ ਥਿੰਗ ਜਿਹੜੀ ਹੈ ਨਾ ਜਦੋਂ ਕਮਰਸ਼ੀਅਲ ਕੰਪਨੀਆਂ ਜਾਂ ਜਿਨ੍ਹਾਂ ਨਾਲ ਗੱਲ ਕਰੀਦੀ ਆ ਉਹਨਾਂ ਨੂੰ ਇੱਕ ਬਿਗੇਸਟ ਇਸ਼ੂ ਇਹ ਹੁੰਦੀ ਆ ਕਿ ਜੇ ਅਸੀਂ ਤੁਹਾਡੇ ਸ਼ਹਿਰ 'ਚ ਆਉਂਗੇ ਜੀ, ਕਿੰਨੀ ਜਲਦੀ ਤੁਸੀਂ ਆਪਣਾ ਪਲੈਨਿੰਗ ਪ੍ਰੋਸੈਸ ਜਿਹੜੀ ਆ ਪਰਮਿਟਿੰਗ ਪ੍ਰੋਸੈਸ ਆ ਕੰਪਲੀਟ ਕਰੋਗੇ ਕਿ ਜਿਹੜੇ ਹਿਸਾਬ ਨਾਲ ਅਸੀਂ ਇਹਨਾਂ ਬਿਲਡ ਕਰਨਾ ਸ਼ੁਰੂ ਕਰੀਏ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟਾਈਮ ਟੂ ਮਾਰਕੀਟ ਜੀ, ਹੈ ਨਾ। ਸੋ ਸਾਡਾ ਹੁਣ ਇਹ ਗੋਲ ਹੋਣਾ ਕਿ ਅਸੀਂ ਜਿਹੜਾ ਆਪਣਾ ਪਲੈਨਿੰਗ ਡਿਪਾਰਟਮੈਂਟ ਆ ਜਿੱਥੋਂ ਮੈਂ ਕਿਸਮ ਦਾ ਸ਼ੁਰੂ ਹੋਇਆ ਸੀ ਉਹਨੂੰ ਆਪਾਂ ਉਸ ਹਿਸਾਬ ਨਾਲ ਸੈਟਅਪ ਕਰਨਾ ਕਿ ਅਸੀਂ ਸ਼ੋਅ ਕਰਨਾ ਕਿ ਮੰਟੀਕਾ ਸ਼ਹਿਰ ਦੇ ਵਿੱਚ ਅਸੀਂ ਬਿਜ਼ਨਸ ਫਰੈਂਡਲੀ ਆ, ਸਾਡੇ ਸ਼ਹਿਰ 'ਚ ਆ ਕੇ ਬਿਜ਼ਨਸ ਕਰੋ। ਅਸੀਂ ਤੁਹਾਨੂੰ ਕਹੋਗੇ ਜੇ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆ ਕੰਪਨੀ ਜਾਂ ਕੁਛ ਵੀ ਲੈ ਕੇ ਆ ਰਹੇ ਆ ਬਿਗਿਨਿੰਗ ਟੂ ਐਂਡ ਇੰਨੇ ਦਿਨਾਂ ਦੇ ਵਿੱਚ ਅਸੀਂ ਹੈ ਨਾ ਤੁਹਾਡਾ ਪਰਮਿਟ ਸਾਰਾ ਕੁਝ ਪਾਸ ਕਰਾਉਂਗੇ ਕਿ ਤੁਸੀਂ ਰੈਡੀ ਟੂ ਗੋ ਬਿਲਡਅਪ ਹੋ ਜਾਓਗੇ। ਸੋ ਇੱਕ ਇਹ ਕੋਸ਼ਿਸ਼ ਹੋਣੀ ਆ ਉਹ ਬਿਜ਼ਨਸਾਂ ਨੂੰ ਲਿਆਉਣ ਦੀ ਜੀ। ਦੂਸਰਾ ਸਟੈਪ ਆਪਣਾ ਇਹ ਹੋਊਗਾ ਕਿ ਉਸ ਬੇਸ 'ਤੇ ਆਪਾਂ ਨੂੰ ਇੱਕ ਤੁਸੀਂ ਦੇਖੋ ਕੋਵਿਡ ਟਾਈਮ ਦਾ ਸੀ, ਉਹ ਹੁੰਦਾ ਸੀ ਕਿ ਜਦੋਂ ਬਹੁਤ ਕੰਮਿਊਟਰ ਸੀ ਆਪਣੇ ਸ਼ਹਿਰ 'ਚ ਜਿਹੜੇ ਜਾਂਦੇ ਸੀ ਓਵਰ ਦ ਹਿੱਲ ਹੈ ਨਾ ਅਲਟਾਮੋਟ ਦੇ ਖੜੇ ਸੀ ਤਾਂ ਬੇ ਏਰੀਆ 'ਚ ਕੰਮ ਕਰਨ, ਪਰ ਹੁਣ ਮੋਸਟਲੀ ਬਹੁਤ ਲੋਕ ਜਿਹੜੇ ਆ ਘਰੋਂ ਕੰਮ ਕਰਨਾ ਸ਼ੁਰੂ ਕਰਤਾ ਹੈ। ਹੁਣ ਅਗਲੀ ਲੋੜ ਕੀ ਪੈ ਗਈ ਆ ਕਿ ਆਪਣੇ ਸ਼ਹਿਰਾਂ ਦੇ ਵਿੱਚ ਆਫਿਸਿਸ ਥੋੜ੍ਹੇ ਆ ਜਿਹੜੇ ਸੈਟੇਲਾਈਟ ਆਫਿਸਿਸ ਟਾਈਪ ਲਾ ਲਓ। ਸੋ ਹੁਣ ਅਸੀਂ ਉਹੀ ਆ ਥੋੜ੍ਹਾ ਜਿਹਾ ਕਰ ਰਹੇ ਹਾਂ ਬਿਜ਼ਨਸਾਂ ਨੂੰ ਇੰਟਾਈਸ, ਉਹਨਾਂ ਦੀ ਪਰਮਿਟ ਫੀਸਾਂ ਘਟਾ ਰਹੇ ਹਾਂ ਥੋੜ੍ਹੀਆਂ ਕਿ ਜਿੰਨਾ ਤੁਸੀਂ ਆ ਕੇ ਪ੍ਰੋਫੈਸ਼ਨਲ ਆਫਿਸਿਸ ਖੋਲ੍ਹ ਸਕੋ, ਇਨਫਿਲ ਪ੍ਰੋਜੈਕਟਸ ਕਰ ਸਕੋ। ਬਹੁਤ ਵਧੀਆ, ਇਹੀ ਬਹੁਤ ਵਧੀਆ, ਇਹੀ ਸਭ ਤੋਂ ਮੇਨ ਕੰਮ ਇਹੀ ਹੁੰਦਾ ਜੀ। ਬੰਦਾ ਕੋਈ ਇਹ ਨਹੀਂ ਪੁੱਛਦਾ ਵੀ ਕੀ ਕੰਮ ਕਰਦੇ ਹੋ, ਸਵਾਲ ਇੰਨੇ ਪੁੱਛਦੇ ਨੇ ਵੀ
ਕੀ ਕੰਮ ਕਰਦੇ ਹੋ ਬਸ ਇਹ ਤੋਂ ਵੱਧ ਨਹੀਂ। ਹਾਂਜੀ ਇੰਡੀਆ ਵਾਲੇ ਕੰਮ ਨਹੀਂ ਕੀ ਕਰਦੇ ਤਾਂ ਅੱਛਾ ਇਹ ਕੰਮ ਕਰਦੇ ਹੋ ਇਹ ਤਾਂ ਜੱਜਦਾ ਹੀ ਨਹੀਂ। ਅੱਛਾ ਇੱਕ ਸਭ ਤੋਂ ਅਹਿਮ ਸਵਾਲ ਮੇਰੇ ਹਿਸਾਬ ਨਾਲ ਸਭ ਤੋਂ ਅਹਿਮ, ਸਾਡੇ ਪੰਜਾਬੀ ਬਹੁਤ ਸਾਰੇ ਸਿਟੀਜ਼ਨ ਹੈਗੇ ਨੇ ਕਹਿਣ ਤੋਂ ਭਾਵ ਜਿਹਨਾਂ ਦੀ ਵੋਟਾਂ ਬਣੀਆਂ ਹੋਈਆਂ ਪਰ ਵੋਟ ਪਾਉਣ ਨਹੀਂ ਜਾਂਦੇ। ਇੱਕ ਤਾਂ ਇਹ ਦੱਸੋ ਵੀ ਕਾਰਨ ਕੀ ਹੈ ਤੇ ਇੱਕ ਬੇਨਤੀ ਕਰ ਦਿਓ ਤੇ ਨਾਲ ਪੂਰੀ ਵੋਟਾਂ ਦੀ ਡਿਟੇਲ ਜਿਹੜੀ ਹੈਗੀ ਆ ਆਪਣੇ ਕੋਲ 3-4 ਮਿੰਟ ਹੈਗੇ ਆ ਹਾਂਜੀ ਵੋਟਾਂ ਦੀ ਪੂਰੀ ਡਿਟੇਲ ਕਦੋਂ ਕਦੋਂ ਘਰੇ ਆ ਸਕਦੀਆਂ ਕਿੱਥੇ ਕਿੱਥੇ ਕਰ ਸਕਦੀ ਜਿਹਦੀ ਵੋਟ ਨਹੀਂ ਬਣੀ ਹੋਈ ਤੇ ਸਿਟੀਜ਼ਨ ਉਹ ਹੋਇਆ ਜਾਂ ਬਾਅਦ ਚ ਹੋਇਆ ਤੇ ਉਹਨੂੰ ਕੀ ਕਰਨਾ ਚਾਹੀਦਾ। ਸਾਰੇ ਸਵਾਲ 3-4 ਇਕੱਠੇ ਨੇ ਇਹ ਅਖੀਰ ਦੇ ਵਿੱਚ ਆਪਾਂ ਬਿਲਕੁਲ ਲਪੇਟਨੇ ਆ। ਹਾਂਜੀ ਤੁਸੀਂ ਗੱਲ ਬਹੁਤ ਸਹੀ ਕੀਤੀ ਆ ਕਿ ਜਿਹੜੀ ਕਿ ਆਪਣੇ ਜਿਹੜੇ ਪੰਜਾਬੀ ਆ ਕਿ ਉਹ ਵੋਟ ਨਹੀਂ ਪਾਉਂਦੇ ਹਾਂਜੀ ਐਂਡ ਇਹ ਬਹੁਤ ਇੰਪੋਰਟੈਂਟ ਆ ਜੀ। ਆਪਾਂ ਇੱਥੇ ਸਿਟੀਜ਼ਨਸ਼ਿਪ ਲਈ ਆ ਸਿਰਫ ਆਪਾਂ ਇਸ ਲਈ ਨਹੀਂ ਲਈ ਕਿ ਚਲੋ ਆਪਾਂ ਆਪਣੇ ਰਿਲੇਟਿਵਸ ਨੂੰ ਸੱਦ ਲਈਏ ਇੱਥੇ ਜਾਂ ਹਨਾ ਆਪਾਂ ਨੂੰ ਅਮਰੀਕਨ ਪਾਸਪੋਰਟ ਮਿਲ ਜਾਣਾ। ਉਹ 'ਚ ਇੱਕ ਸਹੂਲਤ ਜਿਹੜੀ ਉਹ ਤੋਂ ਇੱਕ ਵੱਡੀ ਚੀਜ਼ ਜਿਹੜੀਆਂ ਸਹੂਲਤਾਂ ਲਈ ਆਪਾਂ ਲੜਦੇ ਵੀ ਆ ਉਹ ਵੀ ਫੇਰ ਹੀ ਮਿਲਦੀ ਆ ਜੇ ਤੁਸੀਂ ਵੋਟ ਪਾਓਗੇ। ਬਿਲਕੁਲ। ਸੋ ਵੋਟ ਦੀ ਅਨਫੋਰਚੂਨੇਟਲੀ ਇਹੀ ਇੱਕ ਇਸ਼ੂ ਆ ਕਿ ਆਪਣੇ ਪੰਜਾਬੀ ਮੇਰੇ ਹਿਸਾਬ ਨਾਲ ਕਈ ਵਾਰੀ ਤਾਂ ਕਾਲ ਕਰ ਜਾਂਦੇ ਆ ਜਾਂ ਦੇਖਦੇ ਨਹੀਂ ਕਿ ਐਨਵਲਪ ਕਾਹਦਾ ਆ ਜਾਂ ਉੱਦਾਂ ਹੀ ਕੋਈ ਗੱਲ ਨਹੀਂ ਜਾਂ ਜੇ ਕੋਈ ਬੰਦਾ ਖੜਾ ਵੀ ਹੋਇਆ ਜੇ ਪਸੰਦ ਆ ਕੋਈ ਗੱਲ ਨਹੀਂ ਜਿੱਤ ਹੀ ਜਾਣਾ ਇਹਨੇ ਲੋੜ ਹੀ ਨਹੀਂ ਕੀ ਲੋੜ ਹੈ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਣਾ ਕੀ ਫਰਕ ਪੈਣਾ ਮੇਰੀ ਵੋਟ ਦਾ ਕੀ ਮਤਲਬ। ਪਿਛਲਾ ਇਲੈਕਸ਼ਨ ਸੀ 2 ਸਾਲ 4 ਸਾਲ ਪਹਿਲੋਂ 2 ਕਾਉਂਸਲ ਮੈਂਬਰ ਖੜੇ ਹੋਏ ਸੀ ਉਹ ਟੋਟਲ ਕਾਉਂਸਲ ਮੈਂਬਰਾਂ ਦੀ ਵੋਟਾਂ ਦਾ ਸਿਰਫ 13 ਵੋਟਾਂ ਦਾ ਫਰਕ ਸੀ ਇੱਕ ਦੇ ਜਿੱਤਣ ਚ ਹਾਰਨ ਦੇ ਵਿੱਚ। ਸੋ ਤੁਸੀਂ ਦੇਖੋਗੇ ਇੱਕ ਵੋਟ ਕਿੰਨੀ ਮੈਟਰ ਕਰ ਸਕਦੀ ਆ ਹਨਾ। ਸੋ ਇੱਕ ਤਾਂ ਮੈਂ ਇਹੀ ਕਰੂੰਗਾ ਕਿ ਜਿੰਨੇ ਵੀ ਦਰਸ਼ਕ ਦੇਖਦੇ ਆ ਜਿਹੜੇ ਮਰਜ਼ੀ ਸ਼ਹਿਰਾਂ 'ਚ ਆ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਇਨਵੋਲਵ ਕਰੋ। ਆਪਾਂ ਅਮਰੀਕਾ ਦੇ ਵਿੱਚ ਚਲੋ ਪ੍ਰੈਜ਼ੀਡੈਂਟ ਦਾ ਸੋਚਦੇ ਆ ਜਾਂ ਅਸੈਂਬਲੀ ਮੈਂਬਰ ਜਾਂ ਉੱਪਰ ਸੈਨੇਟਰ ਪਰ ਤੁਹਾਨੂੰ ਪਤਾ ਕਿ ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਜਿਹੜੇ ਤੁਹਾਡੇ ਲੋਕਲ ਪੋਲੀਟਿਕਸ ਆ ਜਾਂ ਲੋਕਲ ਬੰਦੇ ਆ ਉਹਨਾਂ ਜੋ ਨਾ ਲਾਜ਼ ਰੂਲਸ ਬਣਾ ਰਹੇ ਸਾਡੇ ਸ਼ਹਿਰ 'ਚ ਉਹ ਤੁਹਾਨੂੰ ਰੋਜ਼ ਇਫੈਕਟ ਕਰਦੇ ਉਹਨਾਂ ਦਾ ਤੁਸੀਂ ਬਹੁਤ ਭਾਗ ਲਓ ਵੋਟ ਪਾਓ। ਵੋਟ ਸੋ ਇੰਪੋਰਟੈਂਟ ਆ ਸਪੈਸ਼ਲੀ ਲੋਕਲ ਲੈਵਲ 'ਤੇ ਬਿਕਾਜ਼ ਤੁਸੀਂ ਉਹ ਜਿਹੜਾ ਪੋਲੀਟੀਸ਼ੀਅਨ ਆ ਜਾਂ ਜਿਹਨੂੰ ਵੀ ਤੁਸੀਂ ਉਹਨੂੰ ਐਕਚੁਅਲੀ ਮਿਲ ਵੀ ਸਕਦੇ ਆ ਲੋਕਲ ਲੈਵਲ 'ਤੇ ਆਪਣੀ ਜਿਹੜੀ ਇਸ਼ੂਜ਼ ਆ ਉਹਨਾਂ ਦੇ ਮੂਹਰੇ ਲਿਆ ਸਕਦੇ ਹਾਂ। ਅਸੀਂ ਇਸ ਬੇਸ 'ਤੇ ਨਾ ਕੋਸ਼ਿਸ਼ ਕਰ ਰਹੇ ਹਾਂ ਹੁਣ ਗੁਰਦੁਆਰੇ ਮੰਟਿਕਾ ਦੇ ਵਿੱਚ ਵੀ ਹਰੇਕ ਸੰਡੇ ਨੂੰ ਬੂਥ ਲਾ ਰਹੇ ਹਾਂ ਰਜਿਸਟਰ ਕਰਨ ਲਈ। ਜਿਹੜੇ ਲੋਕ ਨਹੀਂ ਗੁਰਦੁਆਰੇ ਹੈ ਨਾ ਆ ਸਕਦੇ ਹਰੇਕ ਸੰਡੇ ਉਹ ਸਟੇਟ ਆਫ ਸੈਕਟਰੀਜ਼ ਦੀ ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਆਪਣੀ ਵੋਟ ਰਜਿਸਟਰ ਕਰ ਸਕਦੇ ਆ। 2 ਚੀਜ਼ਾਂ ਇੱਕ ਇਕੱਲੀ ਵੋਟ ਰਜਿਸਟਰਡ ਆ ਇੱਕ ਇਹ ਵੀ ਹੈ ਕਿ ਜੇ ਤੁਸੀਂ ਹਲੇ ਆਪਣੇ ਘਰ 'ਚ ਨਵੇਂ ਮੂਵ ਹੋਏ ਆ ਸ਼ਹਿਰ 'ਚ ਨਵੇਂ ਮੂਵ ਹੋਏ ਆ ਆਪਣਾ ਐਡਰੈਸ ਵੀ ਚੇਂਜ ਕਰਨਾ ਨਹੀਂ ਤਾਂ ਤੁਹਾਡੀ ਚਿੱਠੀਆਂ ਜਿਹੜੀਆਂ ਪੁਰਾਣੇ ਐਡਰੈਸ 'ਤੇ ਚੱਲ ਜਾਣੀਆਂ। ਹੁਣ ਐਂਡ 'ਤੇ ਗੱਲ ਕਰੀਏ ਕਿ ਵੋਟਾਂ ਦੀ ਨਵੰਬਰ 8 ਨੂੰ ਇਲੈਕਸ਼ਨ ਆ ਸੋ ਉਦੋਂ ਨੂੰ ਲਾਸਟ ਡੇ ਆ ਇਲੈਕਸ਼ਨ ਬੇਸਿਕਲੀ ਵੋਟ ਪਾ ਸਕਦੇ ਪਰ ਅਕਤੂਬਰ 5-6 ਨੂੰ ਹੈ ਨਾ ਕੈਲੀਫੋਰਨੀਆ 'ਚ ਹੁਣ ਇਹ ਰੂਲ ਬਣ ਗਿਆ ਕਿ ਜਿੰਨੇ ਵੀ ਵੋਟਰਸ ਆ ਸਾਰਿਆਂ ਨੂੰ ਘਰ ਚਿੱਠੀਆਂ ਆ ਜਾਣੀਆਂ ਮੇਲ ਲਗਭਗ ਮਹੀਨਾ ਪਹਿਲਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਤਾਂ ਤੁਸੀਂ ਘਰ ਹੀ ਵੋਟ ਪਾ ਸਕਦੇ ਆ ਭਰ ਸਕਦੇ ਆ ਤਾਂ ਫਿਰ ਉਹਨੂੰ ਮੇਲ ਕਰ ਸਕਦੇ ਕੋਈ ਸਟੈਂਪ ਵੀ ਨਹੀਂ ਲਾਉਣ ਦੀ ਲੋੜ। ਹਾਂ ਇਹ ਵੀ ਹੈਗਾ ਵੀ ਕਈ ਬੰਦਾ ਇਸ ਕਰਕੇ ਘੋਲੋ ਕਰਨਾ ਸਟੈਂਪ ਲਿਆਉਣੀ ਪੈਣੀ ਪਹਿਲਾਂ ਸਟੈਂਪ ਉਹਨੂੰ ਲੋੜ ਨਹੀਂ ਹੈਗੀ ਉਹ ਵੀ ਕੰਮ ਸੌਖਾ ਕਰਤਾ ਸਾਈਨ ਕਰਨੇ ਆ ਤਾਂ ਤੁਸੀਂ ਆਪਣਾ ਭਰ ਲੈਣਾ ਆ ਉੱਪਰੋਂ ਸਾਰਾ ਜੋ ਕੁਛ ਹੈਗਾ ਆ ਏਰੀਆ 'ਚ ਪ੍ਰੋਪੋਜੀਸ਼ਨ ਹੋਏ ਜਾਂ ਜਿੰਨੇ ਵੀ ਕੈਂਡੀਡੇਟ ਖੜੇ ਆ ਸਾਈਨ ਕਰਕੇ ਉਹਨਾਂ ਨਾਲ ਐਨਵਲਪ ਦਿੰਦੇ ਆ ਉਹਦੇ 'ਚ ਪਾ ਕੇ ਤੇ ਮੇਲ 'ਚ ਸੱਟ ਦੇਣੀ ਆ। ਪਰ ਸਭ ਤੋਂ ਜ਼ਰੂਰੀ ਹੈ ਜੀ ਵੋਟ ਪਾਓ ਜ਼ਰੂਰ। ਦੂਜੀ ਬੇਨਤੀ ਇਹ ਮੈਂ ਕਰਦਾ ਹੁੰਦਾ ਹਮੇਸ਼ਾ ਵੀ ਜਿੱਥੇ ਆਪਣੇ ਪੰਜਾਬੀ ਖੜੇ ਨੇ ਪੰਜਾਬੀ ਉਹਨਾਂ ਨੂੰ ਵੋਟ ਪਾਓ। ਅੱਛਾ ਇੱਕ ਹੋਰ ਬੜਾ ਚੱਲਿਆ ਰੁਝਾਨ ਸਾਡੇ ਸ਼ਹਿਰਾਂ 'ਚ ਪੰਜਾਬੀਆਂ ਦਾ ਹੁਣ ਤੁਸੀਂ ਖੜੇ ਆ ਤੇ ਤੁਹਾਨੂੰ ਜਿਤਾਉਣ ਲਈ ਨਹੀਂ ਹਰਾਉਣ ਵਾਸਤੇ ਪੰਜਾਬੀ ਹੋਈ ਖੜ ਜਾਂਦੇ ਅੱਗੇ ਵੀ ਚੱਲ ਵੋਟਾਂ ਤੋੜ ਕੇ ਤਾਂ ਆਪਾਂ ਇਹਨੂੰ ਹਰਾਈਏ ਇਹੋ ਜਿਹਾ ਤਾਂ ਨਹੀਂ ਇੱਥੇ ਤੁਹਾਡੇ ਨਾਲ ਨਹੀਂ ਇਹ ਇੰਨੀ ਹਲੇ ਥੋੜੇ ਮਹਾਰਾਜ ਦੀ ਕਿਰਪਾ ਹੈ ਆਪਣੇ ਸ਼ਹਿਰ ਦੇ ਵਿੱਚ ਮੰਟਿਕਾ 'ਚ ਕਿ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਪੰਜਾਬੀ ਹੈ ਜਿੰਨੇ ਵੀ ਇੰਡੀਅਨ ਹੈ ਸਾਰਿਆਂ ਨੂੰ ਇਕੱਠੇ ਜੋੜ ਕੇ ਰੱਖੀਏ ਤਾਂ ਆਪਣੇ ਕੋਈ ਇੱਦਾਂ ਅਗੇਂਸਟ ਨਹੀਂ ਹੈਗਾ ਤਾਂ ਆਪਾਂ ਇਕੱਲੇ ਹੀ ਆ ਮੰਟਿਕਾ ਸ਼ਹਿਰ ਲਈ। ਬਹੁਤ ਵਧੀਆ ਜੀ। ਤੇ ਇੱਕ ਤੁਹਾਨੂੰ ਸਪੋਰਟ ਬਹੁਤ ਹੈਗੀ ਆ ਕਾਫੀ ਕਮਿਊਨਿਟੀ ਲੀਡਰ ਜਿਹੜੇ ਹੈਗੇ ਨੇ ਮੰਟਿਕਾ ਪੁਲਿਸ ਆਫਿਸਰ ਐਸੋਸੀਏਸ਼ਨ ਤੁਹਾਡੇ ਨਾਲ ਹੈ ਠੀਕ ਹੈ ਜੀ ਉਹਨਾਂ ਨੇ ਇੰਟਰੋਜ ਕੀਤਾ ਤੇ ਮੰਟਿਕਾ ਫਾਇਰ ਫਾਈਟਰ ਉਹ ਨਾਲ ਨੇ ਤੇ ਬਾਕੀ ਕਾਂਗਰਸਮੈਨ ਸਟੇਟ ਸੈਨੇਟਰ ਅਸੈਂਬਲੀਮੈਨ ਡਿਸਟ੍ਰਿਕਟ ਅਟਾਰਨੀ ਕਾਉਂਟੀ ਸੁਪਰਵਾਈਜ਼ਰ ਬਹੁਤ ਸਾਰੇ ਤੁਹਾਨੂੰ ਇਹ ਸਪੋਰਟ ਕਰ ਰਹੇ ਨੇ ਇਹਨਾਂ ਦਾ ਵੀ ਬਹੁਤ ਫਰਕ ਪਏਗਾ ਨਾ। ਬਿਲਕੁਲ ਜੀ ਉੱਪਰ ਤੋਂ ਲੈ ਕੇ ਥੱਲੇ ਬਹੁਤ ਖੁਸ਼ਨਸੀਬ ਆ ਕਿ ਜਿਹੜੇ ਸਾਰਿਆਂ ਦੀ ਸਪੋਰਟ ਮਿਲ ਰਹੀ ਆ ਸਾਰੇ ਪਾਸਿਓਂ ਹਲੇ ਕਿਤੇ ਵੀ ਗਏ ਆ ਤਾਂ ਨਾ ਨਹੀਂ ਹੋਈ ਤਾਂ ਉਸ ਸਪੇਸ 'ਤੇ ਜਿੱਦਾਂ ਤੁਸੀਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਪਹਿਲੇ ਵਾਰੀ ਜਿੱਤੇ ਸੀ ਉਦੋਂ ਚਲੋ ਤੁੱਕਾ ਵੀ ਲੱਗ ਸਕਦਾ ਸੀ ਪਰ ਜੇ ਬੀਚ ਨਾ ਦੁਬਾਰਤੀ ਜਿੱਤੇ ਸੀ ਰੰਬਾ ਕੋਈ ਕੰਮ ਬੋਲਦਾ। ਬਿਲਕੁਲ ਜੀ। ਆਪਣਾ ਸਮਾਂ ਖਤਮ ਆ ਪ੍ਰੋਗਰਾਮ ਦਾ
ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਗੱਲਬਾਤ ਕੀਤੀ ਤੇ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਸਾਡੇ ਦਰਸ਼ਕਾਂ ਨਾਲ ਰੂਬਰੂ ਕਰਨ ਦੀ। ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਆ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਜਸ ਪੰਜਾਬੀ ਨਾਲ ਜੁੜੇ ਨੇ, ਦੇਖਦੇ ਹੋ। ਤੇ ਉਮੀਦ ਕਰਦੇ ਹਾਂ ਤੁਸੀਂ ਵੀ ਇਹ ਜ਼ਰੂਰ ਇਹ ਸਲਾਹਾਂ ਜਿਹੜੀਆਂ ਇਹਨੇ ਦਿੱਤੀਆਂ ਹੋਈਆਂ ਆਪੋ ਆਪਣੇ ਕਾਉਂਟੀ ਦੇ ਵਿੱਚ, ਆਪਣੇ ਆਪਣੇ ਸ਼ਹਿਰ ਦੇ ਵਿੱਚ ਇਹ ਲਾਗੂ ਕਰਵਾ ਸਕਦੇ ਹੋ। ਬਹੁਤ ਚੰਗੀਆਂ ਸਲਾਹਾਂ ਹੈਗੀਆਂ। ਕਿਸੇ ਵੀ ਗੱਲਬਾਤ ਲਈ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ WhatsApp ਨੰਬਰ, ਇਸ ਤੋਂ ਇਲਾਵਾ ਮੇਰਾ ਸੈੱਲ ਨੰਬਰ 209-450-3362 ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ।